अध्यापक जिहड़े संघर्ष करते नारे लाउंदे हुए नज़र आउंदे सीगे वो अज तुहाडे उत्थे गुणगान करते हुए नज़र आ रहे सी। ये सारा पेड प्रोग्राम सीगा, ये इन्हां नूं सिखा के लिआंदा गया सीगा जां उन्हां दी रूह दी आवाज़ सी? कोई शक नहीं इहदे विच इन्हां ने जिहड़े आ ये सारा प्रोग्राम किया ते एक शब्द दिता भी असीं कच्चियां तो पक्के कर। मैंने एक शब्द ते इतराज़ पक्के कित्थों करते ना हुण तुसीं वेख लो कल सारे पंजाब बोर्ड लगे तुसीं मैनूं पकड़ भी असीं पक्के करते ओ भाई तुसीं पक्के कित्थे करते जां ते दसो ना तुसीं इन्हां नूं भी इन्हां नूं ESR मिलो सर। ਹੁਣ ਤਾਂ ਮੁੱਖ ਮੰਤਰੀ ਨਹੀਂ ਕਹਿਤਾ ਜਾਂ ਤਾਂ ਤੁਸੀਂ ਉਹਦਾ ਕੋਈ ਡਾਕੂਮੈਂਟ ਦਿਓ, ਪ੍ਰੂਫ ਦਿਓ ਵੀ ਇਹ ਪੱਕੇ ਨਹੀਂ ਹੋਏ ਹੈਗੇ। ਮੈਂ ਨਹੀਂ ਕਹਿ ਰਿਹਾ ਤੁਸੀਂ ਉਹਨਾਂ ਦੀ ਕੱਚੇ ਅਧਿਆਪਕ ਯੂਨੀਅਨ ਦੀ ਸਾਈਟ ਤੇ ਚਲ ਜਾਓ, ਉਹਨਾਂ ਦਾ ਗਰੁੱਪ ਤੇ ਚਲ ਜਾਓ, ਤੁਸੀਂ ਜਾ ਕੇ ਤੇ ਪੜ੍ਹ ਲਓ ਉਹਨਾਂ ਨੇ ਕੀ ਕਿਹਾ। नो पेज के नो सिर्फ फिजिकल रूल, नो महंगाई पता, कोई और पता नहीं, मेडिकल पता नहीं, मोबाइल पता नहीं, GPS नहीं, कोई पेंशन नहीं, फिर कादे कच्चे दे पक्के होए। ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਉਹ ਕਾਂਗਰਸ ਸੀ, ਪਿਛਲੇ 20 ਸਾਲਾਂ ਦੇ ਵਿੱਚ ਜੋ ਅਤਿਆਚਾਰ ਟੀਚਰਸ ਦੇ ਨਾਲ ਹੋਇਆ ਸਟੇਟ ਦੇ ਵਿੱਚ ਉਹ ਬਹੁਤ ਅਫਸੋਸਨਾਕ ਸੀ। ਮੁੱਖ ਮੰਤਰੀ ਨੂੰ ਅਦਾਲਤ 'ਚ ਘੜੀਸੋ ਕਿ ਇਹਨੇ ਲੋਕਾਂ ਨਾਲ ਦਗਾ ਕਮਾਇਆ ਨੇ, ਝੂਠ ਬੋਲਿਆ। ਬੋਲੋ ਕਰੋ, ਤੁਹਾਡੀ ਪਾਰਟੀ ਦਾ ਪ੍ਰਧਾਨ ਇਹ ਗੱਲ ਕਰੇਗਾ? ਰਾਜਾ ਵੜਿੰਗ ਜਾਣਗੇ ਅਦਾਲਤ ਦੇ ਵਿੱਚ? ਦੱਸੋ। ਸੰਧੂ ਸਾਹਿਬ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ, ਯਾਦ ਕਰੋ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਵੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਵਿਰੋਧ ਕੇਵਲ ਇਸ ਕਰਕੇ ਕਰਨਾ ਹੁੰਦਾ ਕਿ ਅਸੀਂ ਵਿਰੋਧੀ ਹਾਂ। ਇਹਨਾਂ ਦੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਹਨਾਂ ਦੇ ਆਫੀਸ਼ੀਅਲ ਸਾਈਟ ਤੇ ਜਾ ਕੇ ਦੇਖ ਲਓ ਕਿ ਇਹ ਸਾਰੀ ਚੀਜ਼ਾਂ ਹੈ। ਤੁਸੀਂ ਮੇਰੀ ਗੱਲ ਸੁਣੋ ਨਰਿੰਦਰ ਸੰਧੂ ਜੀ, ਜਰਨਲਿਸਟ ਦਾ ਕੰਮ ਹੈ ਰਿਪੋਰਟ ਕਰਨਾ, ਉਹਨਾਂ ਨੂੰ ਦੇਣਾ। ਪੋਲੀਟੀਕਲ ਪਾਰਟੀਆਂ ਜਿਹੜੀ ਕਿ ਸਮਾਜ ਸੇਵਾ ਦੇ ਨਾਂ ਦੇ ਉੱਤੇ ਕੰਮ ਕਰਦੀਆਂ ਨੇ, ਜਿਹੜੀ ਓਪੋਜੀਸ਼ਨ ਪਾਰਟੀ ਜਿਨ੍ਹਾਂ ਦੇ ਹੱਥ ਪਹਿਰੇਦਾਰੀ ਵਾਲੀ ਡਾਂਗ ਹੁੰਦੀ ਹੈ, ਇਹ ਕੰਮ ਤੁਹਾਡਾ ਕਿ ਇਹ ਕੰਮ ਮੇਰਾ? ਕਿਸੇ ਨੂੰ ਵੀ ਫੋਨ ਲਾਇਆ, ਮੈਂ ਚੱਲਦੀ ਡਿਬੇਟ ਦੇ ਵਿੱਚ ਫੋਨ ਲਾਉਂਗਾ, ਕੋਈ ਮੇਰੀ ਕੋਈ ਗੱਲ ਤਾਂ ਨਹੀਂ ਹੋਈ ਕਿਸੇ ਨਾਲ, ਤੁਹਾਡੇ ਨਾਲ ਡਿਬੇਟ ਕਰ ਰਹੇ ਆਪਾਂ, ਉਹਨਾਂ ਨੂੰ ਰੈਂਡਮਲੀ ਪੁੱਛ ਲੈਂਦੇ ਆ ਵੀ ਭਾਈ ਵਾਕਿਆ ਹੀ ਜੋ ਸੰਧੂ ਸਾਹਿਬ ਕਹਿ ਰਹੇ ਗੱਲ ਸੱਚੀ ਆ, ਲਾਈਏ ਆਪਾਂ ਫੋਨ। ਧਾਲੀਵਾਲ ਸਾਹਿਬ ਫਿਰ ਗੱਲ ਅੱਜ ਫਿਰ ਮੈਂ ਵੀ ਚੱਲਦੀ ਡਿਬੇਟ 'ਚ ਟੀਚਰ ਨੂੰ ਫੋਨ ਲਾ ਲੈਣਾ, ਦੇਖੀ ਜਾਊਗਾ ਲਾ ਕੇ ਤੁਹਾਨੂੰ। ਸਾਡਾ ਤਾਂ ਉਹ ਹਿਸਾਬ ਆ ਸੰਧੂ ਸਾਹਿਬ, ਤੁਸੀਂ ਮੈਨੂੰ ਬਹੁਤ ਚਿਰ ਤੋਂ ਜਾਣਦੇ ਹੋ, ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਕਹਿੰਦਾ ਚਲ ਇਹ ਵੀ ਲੈ ਗਿਆ ਮੋਢਿਓਂ ਭਾਰ, ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਉਹ ਕਿਸੇ ਨੇ ਨਾਲੇ ਮਿੱਠਾ ਜਿਹਾ ਨਹੋਰਾ ਮਾਰਿਆ ਤੇ ਨਾਲੇ ਗੱਲ ਕਹਿਤੀ ਵੀ ਉਦੋਂ ਕਿਉਂ ਨਾ ਆਇਆ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ। ਹੁਣ ਇਹਨਾਂ ਨੂੰ ਤਾਂ ਉਹ ਗੱਲ ਲੱਗ ਰਹੀ ਹੈ ਵੀ ਜਿਨ੍ਹਾਂ ਨੇ ਆ ਕੇ ਕਰਤਾ ਵੀ ਹੁਣ ਇਹਨਾਂ ਨੂੰ ਉਹ ਸਰੋਂ ਦਾ ਫੁੱਲ ਲੱਗ ਰਿਹਾ। ਠੀਕ ਹੈ, ਜਦੋਂ ਅਸੀਂ ਆਪੋਜੀਸ਼ਨ ਚੁਣਨੇ ਆ ਉਦੋਂ ਅਸੀਂ ਗੱਲਾਂ ਹੋਰ ਕਰਨੇ ਆ, ਜਦੋਂ ਅਸੀਂ ਪਾਰ ਚੁਣਨੇ ਆ ਉਦੋਂ ਅਸੀਂ ਪੰਜਾਬ ਬਾਰੇ ਅਸੀਂ ਗੱਲ ਭੁੱਲ ਜਾਂਦੇ ਆ। ਸਾਨੂੰ ਅੱਜ ਐਜ਼ ਰਿਸਪੌਂਸਿਬਲ ਆਪੋਜੀਸ਼ਨ ਕਹਿਣਾ ਚਾਹੀਦਾ ਕਿ ਜੀ ਬੜੀ ਚੰਗੀ ਗੱਲ ਹੈ ਜੀ, ਬੜੀ ਚੰਗੀ ਗੱਲ ਹੈ ਕਿ ਮਾਨ ਸਾਹਿਬ ਨੇ ਇਹ ਸੋਚਿਆ ਕਿ ਤਨਖਾਹਾਂ ਜਿਹੜੀਆਂ ਨੇ ਬੱਚਿਆਂ ਦੀਆਂ ਜਾਂ ਟੀਚਰਸ ਦੀਆਂ ਵਧਾਉਣੀਆਂ ਚਾਹੀਦੀਆਂ ਨੇ। ਜੇ ਵਾਕਈ ਪੱਕੇ ਕੀਤੇ ਤੇ ਪੱਕੇ ਵਾਲੀਆਂ ਸਾਰੀਆਂ ਸਹੂਲਤਾਂ ਦੇਣਾ ਤੁਹਾਡਾ ਫਰਜ਼ ਹੈ। ਜੇ ਤੁਸੀਂ ਨਹੀਂ ਦਿੱਤਾ ਤੇ ਫਿਰ ਇਹ ਜਿਹੜੀਆਂ ਵੋਟਾਂ ਨੇ ਇਹ ਕਿਸੇ ਹੋਰ ਪਾਸੇ ਭੁਗਤ ਜਾਣਗੀਆਂ, ਫਿਰ ਇਹ ਸਿਆਸੀ ਚਬੂਤਰੇ ਤੇ ਕੋਈ ਹੋਰ ਬੈਠ ਜਾਵੇਗਾ। ਅੱਜ ਸੰਧੂ ਸਾਹਿਬ ਸਾਡੇ ਤੇ ਉਂਗਲਾਂ ਚੱਕ ਰਹੇ ਨੇ। ਮੈਂ ਚੈਲੰਜ ਕਰਦਾ ਸੰਧੂ ਸਾਹਿਬ ਸਰੇਆਮ ਤੁਹਾਨੂੰ, ਤੁਸੀਂ ਐਵੇਂ ਕਰੋ ਕਾਂਗਰਸ ਦੇ ਜਿੰਨੇ ਵੀ ਸਰਕਾਰ ਵੇਲੇ ਮੰਤਰੀ MLA ਸੀਗੇ ਤੁਸੀਂ ਉਹਨਾਂ ਦਾ ਲਿਸਟ ਦੇਣ ਦਾ ਮਾਦਾ ਰੱਖੋ ਜਿਨ੍ਹਾਂ ਦੇ ਹਿੱਸੇ ਪ੍ਰਾਈਵੇਟ ਸਕੂਲ, ਕਾਲਜ, ਪ੍ਰਾਈਵੇਟ ਯੂਨੀਵਰਸਿਟੀਆਂ ਸੀਗੇ, ਜਿਹੜੇ ਉੱਥੇ ਮੈਂ ਤੁਹਾਨੂੰ ਦੱਸਦਾ ਪਿਛਲੇ ਸਾਲਾਂ ਦੇ ਵੀ ਸੈਕਟਰੀਏਟ ਜਾਂਦੇ ਸੀਗੇ ਨਾ, ਉੱਥੇ ਮੰਤਰੀ ਨਾਲ ਜੇ ਕੋਈ ਪਹਿਲਾਂ ਇੱਕ ਮੀਟਿੰਗ ਫਿਕਸ ਹੁੰਦੀ ਸੀ ਤਾਂ ਉੱਥੇ ਮੰਤਰੀ ਮਿਲਦੇ ਸੀਗੇ। ਅੱਜ ਤੁਸੀਂ ਉੱਥੇ ਜਾਓ, ਉੱਥੇ ਮੰਤਰੀ ਬੈਠਦੇ ਆ, ਉਹ ਜ਼ਰੂਰ ਆਪਣੀ ਡਿਊਟੀ ਨਿਭਾਉਂਦੇ ਆ ਹਫ਼ਤੇ 'ਚ। ਚਲੋ ਇਹ ਤਾਂ ਦੇਖੋ ਇਹ ਕੋਈ ਦੇਖੋ ਇਹ ਕੋਈ ਆਸਾਨ ਤਾਂ ਹੈ ਨਹੀਂ, ਇਹ ਤਾਂ ਫਰਜ਼ ਹੈ। ਜਦੋਂ ਕੈਪਟਨ ਰਜੀਮ ਦੇ ਵਿੱਚ ਗੱਲ ਹੋਈ ਕਿ ਲਾਲ ਬੱਤੀ ਨਹੀਂ ਹੋਏਗੀ ਤੇ ਕੋਈ VIP ਕਲਚਰ ਨਹੀਂ ਹੋਏਗਾ, ਤੇ ਜਦੋਂ ਮੈਂ ਉਹ ਸ਼ਲਾਘਾ ਕੀਤੀ ਮੈਨੂੰ ਕਿਹਾ ਗਿਆ ਕਿ ਅੱਜ ਕਾਂਗਰਸ ਦੀ ਸਰਕਾਰ ਬੋਲ ਰਹੀ ਹੈ। ਅੱਜ ਜਦੋਂ ਤੁਸੀਂ ਇਹ ਕੰਮ ਕੀਤਾ ਤੇ ਮੈਨੂੰ ਇਹ ਕਿਹਾ ਗਿਆ ਕਿ ਮੇਰੇ ਅੰਦਰ ਅੱਜ ਆਪ ਦੀ ਸਰਕਾਰ ਬੋਲ ਰਹੀ ਹੈ। ਸਾਨੂੰ ਇਹ ਚੀਜ਼ਾਂ ਝੱਲਣੀਆਂ ਪੈਣਗੀਆਂ, ਸਾਨੂੰ ਇਹ ਮਿਹਣੇ ਝੱਲਣੇ ਪੈਣਗੇ। ਮੈਂ ਕਹਿੰਦਾ ਵੱਜੀ ਜਾਣ, ਪਰ ਜਿੱਥੇ ਗੱਲ ਕਰਨੀ ਬਣਦੀ ਹੈ ਉੱਥੇ ਮੈਂ ਕਰਾਂਗਾ। ਪੰਜਾਬ ਵਾਲੇ ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ ਕਿ ਗੁਲਾਬਾਂ ਨੂੰ ਹਸਾਉਣ ਲਈ ਤਰੇਲ ਨੂੰ ਆਪ ਰੋਣਾ ਪੈਂਦਾ। ਕਈ ਕੰਮ ਕਿਸੇ ਕਿਸੇ ਦੇ ਹਿੱਸੇ ਹੀ ਹੁੰਦੇ ਆ, ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇ।
ਪਰ ਜਦੋਂ ਉਹ ਕਿਸੇ ਦੇ ਹਿੱਸੇ ਆ ਜਾਂਦੇ ਹੈ ਤਾਂ ਫਿਰ ਉਹ ਸਾਰੀ ਉਮਰ ਦੀਆਂ ਅਰਦਾਸਾਂ ਅਸੀਸਾਂ ਖੱਟਦਾ। ਕੱਚੇ ਅਧਿਆਪਕ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਧਰਨੇ ਤੇ ਬੈਠੇ ਸੀ ਔਰ ਧਰਨੇ ਦੀਆਂ ਅਜਿਹੀਆਂ ਜਿਹੜੀਆਂ ਹਾਲਤਾਂ ਸੀ ਜੋ ਮੈਂ ਅੱਖੀ ਵੇਖੀਆਂ ਨੇ, ਮਹਿਸੂਸ ਕੀਤੀਆਂ ਨੇ, ਕਵਰੇਜ ਕਰਦੇ ਹੋਏ, ਗਰਾਊਂਡ ਰਿਪੋਰਟਿੰਗ ਕਰਦੇ ਹੋਏ। ਉੱਥੇ ਦਿਨ ਰਾਤ ਉਹ ਅਧਿਆਪਕ ਜਿਨ੍ਹਾਂ ਨੂੰ ਨੇਸ਼ਨ ਬਿਲਡਰ ਦਾ ਦਰਜਾ ਦਿੱਤਾ ਗਿਆ ਹੈ, ਉਹ ਸੜਕਾਂ ਤੇ ਲੋਕਾਂ ਦਾ ਭਵਿੱਖ ਸੰਵਾਰਨ ਦੀ ਜਿਨ੍ਹਾਂ ਦੇ ਹਿੱਸੇ ਜ਼ਿੰਮੇਵਾਰੀ ਲੱਗੀ ਸੀ, ਉਹ ਆਪਣੇ ਭਵਿੱਖ ਨੂੰ ਰੋਂਦੇ ਵੇਖੇ, ਆਪਣੇ ਆਪ ਨੂੰ ਮਹਿਫੂਜ਼ ਕਰਨ ਲਈ ਸੜਕਾਂ ਦੇ ਉੱਤੇ ਵਿਲਕਦੇ ਦੇਖੇ, ਟੈਂਕੀਆਂ ਦੇ ਉੱਤੇ ਚੜ੍ਹਦੇ ਵੇਖੇ, ਜ਼ਿੰਦਗੀ ਦੀ ਬਾਜ਼ੀ ਲਾਉਂਦੇ ਵੇਖੇ। ਅਖੀਰ ਉਹਨਾਂ ਦੇ ਸੰਘਰਸ਼ ਨੂੰ, ਉਹਨਾਂ ਦੇ ਏਕੇ ਨੂੰ ਆਖਰ ਜਿਹੜੀ ਹੈ ਉਹ ਬੂਰ ਪਿਆ ਤੇ ਕੱਚੇ ਤੋਂ ਅਧਿਆਪਕ ਜਿਹੜੇ ਆ ਉਹ ਪੱਕੇ ਹੋ ਗਏ ਆ। ਔਰ ਇਸ ਵਿੱਚ ਦੋ ਸਰਕਾਰਾਂ, ਤਿੰਨ ਮੁੱਖ ਮੰਤਰੀ, ਤਿੰਨ ਸਰਕਾਰਾਂ, ਤਿੰਨ ਮੁੱਖ ਮੰਤਰੀ ਜਿਹੜੇ ਆ ਉਹ ਨਿਕਲ ਗਏ, ਪਰ ਲਾਰੇ ਤੇ ਲਾਰੇ ਹੀ ਰਹੇ ਤੇ ਹੁਣ ਵਾਅਦੇ ਜਿਹੜੇ ਆ ਉਹ ਵਫਾ ਹੋਏ ਨੇ। ਹਾਲਾਂਕਿ ਅਜਿਹੇ ਸਰਕਾਰ ਨੂੰ ਹੋਰ ਵੀ ਬਹੁਤ ਕੰਮ ਕਰਨੇ ਪੈਣਗੇ ਜੇਕਰ ਉਹਨਾਂ ਨੇ ਮੁੜ ਤੋਂ ਇਸ ਸੱਤਾ ਦੇ ਉੱਤੇ ਬਿਰਾਜਮਾਨ ਹੋਣਾ ਹੈ, ਕਿਉਂਕਿ ਇਹ ਇੱਕ ਕੰਮ ਹੈ। ਇਸ ਕੰਮ ਦੇ ਲਈ ਜਿੱਥੇ ਸ਼ਲਾਘਾ ਤੇ ਉਹ ਅਧਿਆਪਕ ਧੰਨਵਾਦ ਵੀ ਉਹਨਾਂ ਦਾ ਕਰ ਰਹੇ ਆ, ਪਰ ਅਸੀਂ ਉਹ ਹਾਲਾਤ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਉਹ ਪਲ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਜਦੋਂ ਇਹ ਸੰਘਰਸ਼ ਦੇ ਪੈਂਡੇ ਤੇ ਸਨ। ਅਸੀਂ ਜ਼ਿੰਦਗੀ ਦੀ ਬਾਜੀ ਲਈ ਸਾਰਿਆਂ ਕਰਕੇ। ਲੋਕ ਕਹਿੰਦੇ ਸ਼ਾਇਦ ਕਿਸੇ ਨੇ ਬੇੜਾ ਗਰਕ ਕਰਤਾ, ਅੱਜ ਵੀ ਇਸ ਉਡੀਕ ਚੋਂ ਹੋ ਸਕਦਾ ਜ਼ਿੰਦਗੀ ਮਿਲੇ ਨਾ ਮਿਲੇ, ਪਰ ਨੌਕਰੀ ਸਾਰਿਆਂ ਨੂੰ ਮਿਲੇ। ਇਸ ਕਰਕੇ ਘਰਾਂ ਚੋਂ ਘੱਟੋ ਘੱਟ ਨਿਕਲ ਕੇ ਆਓ। ਜੇ ਤੁਹਾਡੇ ਲਈ ਕੋਈ ਜ਼ਿੰਦਗੀ ਦਾਅ ਤੇ ਲਾ ਸਕਦਾ ਤਾਂ ਤੁਸੀਂ ਨਿਕਲ ਕੇ ਤੇ ਆ ਸਕਦੇ ਹੋ ਨਾ। ਟਾਵਰ ਤੇ ਚੜਨਾ ਪਿਆ ਇੱਕ ਕੁੜੀਆਂ ਨੂੰ ਨਹਿਰਾਂ 'ਚ 5 ਜੁਲਾਈ ਨੂੰ ਛਾਲ ਮਾਰਨੀ ਪਈ, 13 ਦਿਨ ਜੇਲ੍ਹ ਕੱਟਣੀ ਪਈ। ਉਹ ਹਰਸਿਮਰਤ ਕੌਰ ਬਾਦਲ ਅੱਜ ਟਵੀਟ ਕਰਦੇ ਆ, ਉਦੋਂ ਉਹਨਾਂ ਨੇ ਕੋਈ ਟਵੀਟ ਨਹੀਂ ਕੀਤਾ। ਰਾਤ ਦੇ 12 ਵਜੇ ਮੈਨੂੰ ਜੇਲ੍ਹ 'ਚ ਕਰਤਾ। ਮੇਰੀ 5 ਸਾਲ ਦੀ ਬੇਟੀ ਸੀ ਉਦੋਂ, ਪਰ ਮੈਂ ਪਹਿਲੇ ਮੁੱਖ ਮੰਤਰੀ ਸਾਹਿਬ ਵੇਖਿਆ ਜਲੰਧਰ 'ਚ 11 ਮੀਟਿੰਗਾਂ ਕਰ ਗਏ, ਨਹੀਂ ਤੇ ਕੋਈ ਚੰਡੀਗੜ੍ਹ 'ਚ ਨਹੀਂ ਕਰ ਸਕਦਾ। ਭਗਵੰਤ ਮਾਨ ਸਾਹਿਬ ਜਿੰਦਾਬਾਦ ਹੈ, ਜਿੰਦਾਬਾਦ ਰਹਿਣਗੇ ਤੇ ਆਉਣ ਵਾਲੇ ਕਦੇ ਅਸੀਂ ਹੋਰ ਕਿਸੇ ਨੂੰ ਵੋਟਾਂ ਵੀ ਨਹੀਂ ਪਾਵਾਂਗੇ। ਅੱਜ ਅਸੀਂ ਕਹਿੰਦੇ ਆ ਸੀਐਮ ਸਰਦਾਰ ਭਗਵੰਤ ਮਾਨ ਸਾਹਿਬ ਜਿੰਦਾਬਾਦ। ਜਿਹੜਾ ਇੱਕ ਹਿਟਲਰ ਸ਼ਾਹੀ ਤਾਨਾਸ਼ਾਹੀ ਰਾਜ ਕਹਿ ਸਕਦੇ ਆ, ਤੁਹਾਨੂੰ ਅਸੀਂ ਮਤਲਬ ਬਾਦਲਾ ਸਰਕਾਰ 'ਚ ਵੀ ਅਸੀਂ ਬਹੁਤ ਧਰਨੇ ਲਾਏ, ਪਰ ਉਹਨਾਂ ਨੇ ਕੀਤਾ ਕੁਝ ਵੀ ਨਹੀਂ ਸਾਡਾ, ਪਰ ਉਹਨਾਂ ਨੇ ਸਾਨੂੰ ਟੇਬਲ ਟਾਕ ਬਹੁਤ ਕੀਤੀਆਂ ਸਾਡੇ ਨਾਲ। ਇੱਕ ਅਧਿਆਪਕ ਦੀ ਮੰਗ ਮਤਲਬ ਸੁਣਦੇ ਸੀ, ਹੱਲ ਕੋਈ ਨਹੀਂ ਕੀਤਾ ਉਹਨਾਂ ਨੇ। ਜੇ ਮੀਟਿੰਗ ਕੀਤੀ ਤਾਂ ਇਹ 5 ਮਿੰਟ ਜਾਂ 2 ਮਿੰਟ, ਹਾਂਜੀ ਬੀਬਾ ਤੁਹਾਡਾ ਹੋ ਗਿਆ, 10 ਨੰਬਰ ਦੇਤੇ, ਇਹ 'ਚ ਛੂਟ ਦੇਤੀ, ਇੰਨੀ ਗੱਲ ਕਹਿ ਕੇ ਇਹ ਆਪ ਹੀ ਉੱਠ ਜਾਂਦੇ ਸੀ ਮੀਟਿੰਗ। ਅੱਜ ਕੱਚੇ ਅਧਿਆਪਕਾਂ ਦੇ ਮਾਨ ਸਾਹਿਬ ਤੁਸੀਂ ਬੱਚੇ ਬਚਾਲੇ, ਤੁਸੀਂ ਜ਼ਿੰਦਗੀਆਂ ਬਚਾਲੀਆਂ। ਆ ਭੈਣਾਂ ਵੇਖੋ ਰੋਂਦੀਆਂ, ਦੇਖੋ ਅੱਜ ਇਹ ਖੁਸ਼ੀ ਦੇ ਅਥਰੂ ਹੈ, ਪਰ ਪਿਛਲਾ ਇਤਿਹਾਸ ਜਦੋਂ ਯਾਦ ਕਰਦੇ ਆ ਲੂ ਕੰਡੇ ਖੜੇ ਹੋ ਜਾਂਦੇ ਆ। ਬਹੁਤ ਵੱਡਾ ਤਪ ਕੱਟ ਕੇ ਕੱਚੇ ਅਧਿਆਪਕ ਇੱਥੋਂ ਤੱਕ ਆਏ ਆ। ਆਪਣੇ ਭਵਿੱਖ ਲਈ ਖੂਨ ਪਸੀਨਾ ਡੋਲਣ ਵਾਲੇ, ਜਿਨ੍ਹਾਂ ਦੀ ਅੱਖਾਂ ਨੇ ਖੂਨ ਦੇ ਹੰਝੂ ਰੋਏ, ਅੱਜ ਉਹ ਖੁਸ਼ੀ ਦੇ ਹੰਝੂਆਂ ਨੂੰ ਵੀ ਨਹੀਂ ਰੋਕ ਸਕੇ। ਪਰ ਇਹਨਾਂ ਨਾਲ ਜਿਹੜੇ ਕੀਤੇ ਗਏ ਵਾਅਦੇ ਸੀ, ਜਦੋਂ ਉਹ ਮਹਿਜ਼ ਲਾਰੇ ਬਣ ਕੇ ਰਹਿ ਗਏ, ਜਦੋਂ ਇਹ ਕਹਿ ਕੇ ਯਕੀਨ ਦਿਵਾਇਆ ਕਿ ਤੁਹਾਡੀ ਤਨਖਾਹ ਤਾਂ ਮੇਰੇ ਮਾਲੀ ਤੋਂ ਵੀ ਘੱਟ ਹੈ, ਤੁਹਾਡੀ ਤਨਖਾਹ ਤਾਂ ਮੇਰੇ ਨੌਕਰ ਤੋਂ ਵੀ ਘੱਟ ਹੈ ਤੇ ਸਾਡੀ ਸਰਕਾਰ ਆਉਣ ਸਾਰ ਕੰਮ ਕਰੇਗੀ। ਉਸ ਪਾਰਟੀ ਦੀ 2 ਦਫਾ ਸਰਕਾਰ ਬਣਨ ਤੋਂ ਬਾਅਦ ਵੀ ਜਦੋਂ ਇਹ ਪੱਕੇ ਨਹੀਂ ਹੋਏ, ਇੱਕ ਵਾਰੀ ਉਹ ਸਿਆਸਤਦਾਨਾਂ ਦੇ ਵਾਅਦੇ ਜ਼ਰੂਰ ਹੈ ਇੱਥੇ ਸਾਂਝੇ ਕਰਾਂਗੇ। ਮੈਂ ਤੁਹਾਨੂੰ ਦੱਸਾਂ, ਅੱਜ ਦਿਹਾੜੀਦਾਰ ਜੋ ਪੰਜਾਬ 'ਚ ਨੇ, ਮਾਲੀ ਲੈ ਲਓ ਆਪਣੇ ਘਰਾਂ ਦੇ ਵਿੱਚ 9-9,000 10,000 ਤਾਂ ਉਹ ਲੈ ਰਹੇ ਨੇ, ਔਰ ਸਾਡੇ ਟੀਚਰ 7,000 ਤੇ ਹੋਣ, ਕੀ ਪੜਾਉਣਗੇ ਬੱਚਿਆਂ ਨੂੰ ਦੱਸੋ। This is a complete wrong thing. I don't know education system ਦੇ ਵਿੱਚ ਕੁਝ ਨੁਕਸ ਹੈ ਕਿ ਐਜੂਕੇਟਰ ਜਿਹੜੇ ਨੇ, ਜੋ ਸਾਡੇ ਟੀਚਰ ਨੇ, ਉਹਨਾਂ ਦੀ ਕੋਈ ਕਦਰ ਨਹੀਂ, and that is an unfortunate thing. 2004 ਤੋਂ ਲੈ ਕੇ ਹੁਣ 2015 'ਚ ਆਪਾਂ ਬੈਠੇ ਆ, 11 ਸਾਲ ਹੋ ਗਏ ਨੇ। ਕੋਈ ਤੁਸੀਂ ਇਹ ਕਿਸ ਕਿਸਮ ਦੀ ਐਜੂਕੇਸ਼ਨ ਹੈ ਤਾਂ ਗਵਰਨਮੈਂਟ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ। ਇਹਦੇ ਦੌਰਾਨ ਕਿੰਨੇ ਬੰਦੇ ਤੁਸੀਂ ਇੰਪਲੋਏ ਕਰਤੇ। ਮੇਰੀ ਗੱਲ ਸੁਣੋ ਵੀਰੇ,
ਇਹ ਟੈਂਕੀਆਂ ਪਰ ਚੜ ਕੇ ਕੁਝ ਨਹੀਂ ਬਣਨਾ ਜੀ ਸਰ ਮੈਂ ਤੁਹਾਡੇ ਕੋਲ ਆਪ ਚੱਲ ਕੇ ਆਇਆ ਨਾ ਜੀ ਸਰ, ਜੀ ਜੇ ਸਰ। ਕੋਈ ਹੋਰ ਹੁੰਦਾ ਲੰਘ ਜਾਣਾ ਤਾਂ ਉਹਨੇ ਜੀ ਸਰ, ਜੀ ਸਰ। ਤੁਸੀਂ ਮੇਰੇ ਕੋਲ ਆਓ ਜੀ ਸਰ ਮੈਂ ਆਪਾਂ ਬੈਠ ਕੇ ਗੱਲ ਕਰਾਂਗੇ ਜੀ ਸਰ, ਜੀ ਜੋ ਸਰ। ਮਸਲਾ ਜਿੰਨਾ ਵੱਧ ਤੇ ਵੱਧ ਹੋ ਸਕਦਾ ਹੋਇਆ ਕਰਾਂਗੇ ਜੀ ਸਰ ਠੀਕ ਹੈ ਲੇਕਿਨ ਆ ਜਿਹੜੀ ਪਿੱਛੇ ਦੌੜ ਔਰ ਧਰਨੇਬਾਜ਼ੀ ਇਹਨੂੰ ਛੱਡੋ। ਤੇ ਚਰਚਾ ਤੋਂ ਪਹਿਲਾਂ ਉਹ ਵੀ ਸੁਣ ਲੈਂਦੇ ਆ ਜਿਹੜੇ ਆਪ ਦੇ ਵਾਅਦੇ ਸੀ ਤੇ ਸਰਕਾਰ ਨੇ ਪੂਰੇ ਆ। 8 साल कांग्रेस के थे, उन्होंने कुछ नहीं करा। एक बार, एक मौका आप अपने इस छोटे भाई को देके देखो। एक मौका, एक बात तो मान सकते हैं भाई, जब इन्होंने 10 साल में कुछ नहीं करा, 8 साल में कुछ नहीं करा, तो अब ये तो करने वाले हैं नहीं। ये तो वैसे ही वादे करेंगे आपके पास आके। एक बार ट्राई करके देख सकते हैं। अगर हम ना करें तो अगली बार मिलाद मार के भगा देना। मैं आज केवल ये कहने आया हूं कि मैं भी आपको वादा करके जा रहा हूं कि हमारी सरकार आएगी तो आपको पक्का करेंगे, लेकिन मैं इस बात पे आपको भरोसा दिला रहा हूं कि दिल्ली में करके आया हूं टीचरों के मसले हल, इसीलिए पंजाब के अंदर भी मसले हल करेंगे। ਕੱਚੇ ਤਾਂ ਘਰਾਂ ਦਾ ਵੀ ਰਿਵਾਜ ਖਤਮ ਹੋ ਗਿਆ ਜੀ ਤੇ ਤੁਸੀਂ ਹਜੇ ਅਧਿਆਪਕ ਹੀ ਕੱਚੇ ਫਿਰਦੇ ਹੋ। ਸੋ ਅੱਜ ਤੋਂ ਕੱਚੇ ਲਫ਼ਜ਼ ਤੁਹਾਡੇ ਨਾਂ ਤੋਂ ਹਟਾ ਦੇਣਾ। ਥੈਂਕ ਯੂ। 58 ਸਾਲ ਤੱਕ ਤੁਹਾਨੂੰ ਕੋਈ ਮਾਈ ਦਾ ਲਾਲ ਨਹੀਂ ਕੋਈ ਆ ਕੇ ਤੁਹਾਨੂੰ ਪੁੱਛ ਲੇ। ਨੰਬਰ 2 5% ਹਰੇਕ ਸਾਲ ਇਨਕਰੀਜ਼। ਭੈਣਾਂ ਨੂੰ ਮਹਿਲਾਵਾਂ ਨੂੰ ਮੈਟਰਨਿਟੀ ਲੀਵ ਪੇਡ, ਸਾਰੀਆਂ ਛੁੱਟੀਆਂ ਪੇਡ। ਔਰ ਇੱਕ ਉਹ ਚਾਰਟ ਤੇ ਜ਼ਰੂਰ ਨਜ਼ਰ ਮਾਰਾਂਗੇ ਜਿਹੜੀ ਪਹਿਲਾਂ ਤੇ ਹੁਣ ਤਨਖਾਹਾਂ ਦੇ ਵਿੱਚ ਜਿਹੜਾ ਫਰਕ ਨਜ਼ਰ ਆਇਆ। ਤਨਖਾਹਾਂ ਕਿੰਨੀਆਂ ਵਧੀਆਂ ਨੇ ਪੱਕੇ ਹੋਣ ਤੋਂ ਬਾਅਦ। ਜਿਹੜੇ ਸਿੱਖਿਆ ਵਲੰਟੀਅਰ ਨੇ 3500 ਤੋਂ ਬਾਅਦ ਵਾਧਾ ਜਿਹੜਾ 15000 ਦਾ ਸਾਹਮਣੇ ਆਇਆ। ਔਰ EGS ਜਿਹੜੇ AIR STR ਨੇ 6000 ਤੋਂ ਉਹਨਾਂ ਦੀ 18000 ਹੋਈ ਹੈ। ਜਿਹੜੇ ਸਿੱਖਿਆ ਪ੍ਰੋਵਾਈਡਰ ਨੇ ਉਹਨਾਂ ਦੀ 9500 ਤੋਂ ਵੱਧ ਕੇ 20500 ਹੋਈ ਹੈ। ETT ਤੇ NTT ਵਾਲੇ 10250 ਤੇ ਜਿਹੜੇ ਖੜੇ ਸੀ ਉਹਨਾਂ ਨੂੰ 22000 ਦਾ ਹੁਲਾਰਾ 22000 ਤੱਕ ਦਾ ਹੁਲਾਰਾ ਦਿੱਤਾ ਹੈ। ਔਰ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ BMA BEd ਵਾਲੇ ਸੀ ਉਹਨਾਂ ਦੀ 11000 ਤੋਂ ਵੱਧ ਕੇ 23500 ਹੋਈ ਹੈ। ਤੇ ਇਸੇ ਤਰੀਕੇ ਨਾਲ ਅਗਲੀ ਕੈਟਾਗਰੀ ਦੇ ਵਿੱਚ 5500 ਤੋਂ ਵੱਧ ਦਾ 15000 ਦਾ ਮਿਲ ਗਿਆ। ਤੇ ਬਿਨਾਂ ਕਿਸੇ ਦੇਰੀ ਤੋਂ ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰੁਫ ਕਰਵਾਉਂਦੇ ਹੋਏ ਉਹਨਾਂ ਦਾ ਚਰਚਾ 'ਚ ਇਸਤਕਬਾਲ ਕਰਾਂਗੇ। ਇਸ ਚਰਚਾ ਦੇ ਵਿੱਚ BJP ਤੋਂ ਗੱਲਬਾਤ ਰੱਖਣਗੇ ਮੈਡਮ ਜੈਸਮੀਨ ਸੰਧਾਵਾਲੀ ਜੀ, ਤੁਹਾਡਾ ਸਵਾਗਤ ਹੈ। ਕਾਂਗਰਸ ਤੋਂ ਬੁਲਾਰੇ ਨੇ ਨਰਿੰਦਰ ਸੰਧੂ ਸਾਹਿਬ ਜੀ, ਆਓ ਆਇਆਂ ਨੂੰ। ਐਡਵੋਕੇਟ ਜਸਤੇਜ ਅਰੋੜਾ ਸਾਹਿਬ ਆਮ ਆਦਮੀ ਪਾਰਟੀ ਤੋਂ ਆਪਣਾ ਪੱਖ ਪੂਰਨਗੇ। ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਤੁਹਾਡੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਰਹੇ ਤੇ ਹੁਣ BJP ਦੇ ਵਿੱਚ ਗਏ ਤੇ 2 ਵਾਰ ਮੁੱਖ ਮੰਤਰੀ ਵੀ ਬਣੇ। ਕਹਿੰਦੇ ਸੀਗੇ ਕਿ ਦੁੱਖ ਡਾਢਾ ਹੈ ਕਿ ਮੇਰਾ ਮਾਲੀ ਵੀ ਤੁਹਾਡੇ ਤੋਂ ਵੱਧ ਤਨਖਾਹ ਲੈਂਦਾ ਹੈ, ਪਰ ਇਹ ਕੰਮ ਉਹ ਕਿਉਂ ਨਹੀਂ ਕਰ ਸਕੇ ਜਾਂ ਉਹਨਾਂ ਦੀਆਂ ਜਿਹੜੀਆਂ ਅਣਗਹਿਲੀਆਂ ਜਾਂ ਨਲਾਇਕੀਆਂ ਪਾਰਟੀ ਨੂੰ ਭੁਗਤਣੀਆਂ ਪਈਆਂ, ਉਸ ਤੋਂ ਬਾਅਦ ਮੁੱਖ ਮੰਤਰੀ ਵੀ ਬਦਲਤਾ, ਉਹ ਵੀ ਇਹ ਕਿਉਂ ਜਿਹੜਾ ਹੈ ਕੰਮ ਪੂਰਾ ਨਹੀਂ ਕਰ ਸਕੇ? ਧਾਰੀਵਾਲ ਜੀ, ਵੈਸੇ ਮੈਂ ਤੁਹਾਨੂੰ ਕਦੀ ਰੋਕਿਆ ਨਹੀਂ, ਪਰ ਅੱਜ ਮੈਂ ਤੁਹਾਨੂੰ ਕਿਰਪਾ ਕਰਕੇ ਰੋਕਣਾ ਚਾਹੂੰਗਾ ਵੀ ਮੈਂ ਚਾਹੂੰਗਾ ਵੀ ਅੱਜ ਪਹਿਲੋਂ ਸਰਕਾਰ ਆਪਣਾ ਪੱਖ ਦਿੱਤੇ ਵੀ ਸਰਕਾਰ ਦੱਸਿਆ ਜੀ ਕੀਤਾ ਕੀ ਹੈ, ਫਿਰ ਮੈਂ ਦੱਸੂਗਾ ਵੀ ਇਹਨਾਂ ਨੇ ਕੀ ਨਹੀਂ ਕੀਤਾ ਤੇ ਕੀ ਸੀ। ਜੇ ਮੈਂ ਪਹਿਲਾਂ ਦੱਸਦਾ ਤੇ ਫਿਰ ਇਹਨਾਂ ਨੇ ਇਹਨਾਂ ਨੂੰ ਕੰਪਲੀਟ ਇੱਕ ਵਾਰੀ ਪੁੱਛ ਲਓ, ਸਰਕਾਰ ਨੂੰ ਪੁੱਛ ਲਓ। ਚਲੋ ਪੁੱਛ ਲੈਣਾ ਸੰਧੂ ਸਾਹਿਬ, ਉਹ ਤਾਂ ਠੀਕ ਹੈ, ਪਰ ਜੋ ਕੀਤਾ, ਜਿੰਨਾ ਕੀਤਾ, ਜਿਵੇਂ ਕੀਤਾ, ਕਿਵੇਂ ਕੀਤਾ, ਇਹ ਇੰਨਾ ਕੁ ਵੀ ਤੁਸੀਂ ਕਿਉਂ ਨਹੀਂ ਕਰ ਸਕੇ? ਮੈਂ ਕਹਿੰਦਾ ਵੀ ਇਹ ਤਾਂ ਵੀ ਸ਼ੇਰ ਚੋਂ ਪੂਣੀ ਵੀ ਨਹੀਂ ਕੱਤੀ, ਚਲੋ ਆਪਾਂ ਇਹ ਕਹਿ ਲੈਂਦੇ ਹਾਂ, ਪਰ ਇੰਨਾ ਕੁ ਵੀ ਤੁਸੀਂ ਕਿਉਂ ਨਹੀਂ ਕਰ ਸਕੇ? ਨਹੀਂ, ਅਸੀਂ ਤਾਂ ਬਹੁਤ ਕੀਤਾ। ਮੈਂ ਤੁਹਾਨੂੰ ਆਪਣਾ ਵਿਸਤਾਰ ਨਾਲ ਦੱਸੂਗਾ। ਨਹੀਂ ਮੈਂ ਤੁਹਾਨੂੰ ਫਿਰ ਰਿਕਵੈਸਟ ਕੀਤੀ ਇੱਕ ਵਾਰੀ ਦੀ ਗੱਲ ਕਰਦਾ। ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀ 2016 ਚ ਵਾਅਦਾ ਕੀਤਾ ਸੀਗਾ। ਉਹ ਕਹਿੰਦੇ ਤੁਸੀਂ ਡਾਂਗਾ ਵੀ ਖਾ ਲੀਆਂ, ਤੁਸੀਂ ਧੁੱਪਾਂ ਵੀ ਸਹਿ ਲੀਆਂ, ਤੁਸੀਂ ਪਾਲਾ ਵੀ ਸਹਿ ਲਿਆ ਤੇ ਹੁਣ ਅਸੀਂ ਤੁਹਾਡਾ ਇਹ ਕੰਮ ਸਿਰੇ ਲਾਵਾਂਗੇ, ਪਰ ਉਹ ਕਿਉਂ ਨਹੀਂ ਲੱਗਿਆ? ਮਤਲਬ ਤੁਸੀਂ ਇਹਨਾਂ ਨੂੰ ਨਹੀਂ ਪੁੱਛਣਾ ਤੇ ਮੈਂ ਸਿੱਧਾ ਆਪਣਾ ਡਿਬੇਟ ਸ਼ੁਰੂ ਕਰਾਂ? ਨਹੀਂ ਮੈਂ ਪੁੱਛੂੰਗਾ, ਪਰ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਉਂ ਨਹੀਂ ਕਰ ਸਕੇ? ਵੀ ਇਹ ਸਰਕਾਰ ਧਾਰੀਵਾਲ ਜੀ ਤੇ ਡਿਬੇਟ ਆ, ਉਹ ਮੈਨੂੰ ਦੱਸਣਾ ਵੀ ਸਰਕਾਰ ਨੇ ਪੱਕੇ ਕੀਤੇ ਆ ਬਾਅਦ ਇਹਨਾਂ ਨੂੰ
ਕੀ ਪੱਕੇ ਕੀਤੇ ਤੇ ਕਿਵੇਂ ਪੱਕੇ ਤੇ ਕੀ ਉਹਨਾਂ ਨੂੰ ਬੈਨੀਫਿਟ ਮਿਲਿਆ ਤੇ ਕਿਵੇਂ ਮਿਲੂਗਾ ਇਹ ਮੈਨੂੰ ਅੱਜ ਦੱਸਣ ਤੇ ਮੈਨੂੰ ਤਾਂ ਕੱਚਾ ਚੰਗਾ ਬਿਲਕੁਲ ਸਹੀ ਮੈਨੂੰ ਦੱਸਣ ਤਾਂ ਸਹੀ। ਅਰੋੜਾ ਸਾਹਿਬ, ਜਿਹੜਾ ਇਹ ਅੱਜ ਦਾ ਤੁਸੀਂ ਪ੍ਰੋਗਰਾਮ ਰੱਖਿਆ ਸੀਗਾ ਜਿਹਦੇ ਵਿੱਚ ਉਹ ਅਧਿਆਪਕ ਜਿਹੜੇ ਸੰਘਰਸ਼ ਕਰਦੇ ਨਾਅਰੇ ਲਾਉਂਦੇ ਹੋਏ ਨਜ਼ਰ ਆਉਂਦੇ ਸੀਗੇ, ਉਹ ਅੱਜ ਤੁਹਾਡੇ ਉੱਥੇ ਗੁਣਗਾਨ ਕਰਦੇ ਹੋਏ ਨਜ਼ਰ ਆ ਰਹੇ ਸੀ, ਇਹ ਸਾਰਾ ਪੇਡ ਪ੍ਰੋਗਰਾਮ ਸੀਗਾ? ਇਹ ਇਹਨਾਂ ਨੂੰ ਸਿਖਾ ਕੇ ਲਿਆਂਦਾ ਗਿਆ ਸੀਗਾ ਜਾਂ ਉਹਨਾਂ ਦੀ ਰੂਹ ਦੀ ਆਵਾਜ਼ ਸੀਗੀ? ਆਪਣਾ ਮਾਈਕ ਔਨ ਕਰ ਲਿਓ ਤਾਂ ਜੋ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਧਾਲੀਵਾਲ ਸਾਹਿਬ, ਪਹਿਲਾਂ ਤਾਂ ਮੈਂ ਜਿਹੜੀ ਹੁਣੇ ਪ੍ਰੋਪਸ ਦਿਖਾਏ ਤੇ ਮੈਂ ਵੀ ਅੱਜ ਥੋੜਾ ਜਿਹਾ ਸ਼ਮੂਲੀਅਤ ਕੀਤੀ ਸੀਗੀ, ਥੋੜੇ ਟਾਈਮ ਲਈ ਜਾ ਸਕਿਆ ਸੀਗਾ ਤੇ ਮੈਨੂੰ ਅੱਜ ਕੈਂਡੀਡਲੀ ਸਪੀਕਿੰਗ ਮੈਨੂੰ ਇਹ ਲੱਗਦਾ ਕਿ ਜੋ ਭਗਵੰਤ ਸਿੰਘ ਮਾਨ ਜੀ ਕਰ ਰਹੇ ਨੇ ਤੁਸੀਂ ਆਲਰੇਡੀ ਦਿਖਾਤਾ, ਜੋ ਸੰਧੂ ਸਾਹਿਬ ਭਾਲਦੇ ਸੀਗੇ ਕਿ ਵੀ ਹਾਂਜੀ ਪਹਿਲਾਂ ਦੱਸੋ ਜੀ ਇਹਨਾਂ ਨੇ ਕੀ ਕੀਤਾ, ਉਹ ਤਾਂ ਤੁਸੀਂ ਚਾਰਟ ਰਾਹੀਂ ਦਿਖਾਤਾ। ਚਲੋ ਇੰਡੀਆ ਦੀ ਡਿਊਟੀ ਸੀਗੀ ਐਂਡ ਤੁਸੀਂ ਬਖੂਬੀ ਉਸ ਲੋਕਾਂ ਦੇ ਸਾਹਮਣੇ ਸੱਚਾਈ ਵੀ ਲੈ ਕੇ ਆਏ ਹੋ, ਜੇ ਕਮੀ ਹੋਈ ਉਹ ਵੀ ਲੈ ਕੇ ਆਏ। ਬਟ ਜੋ ਗੱਲ ਹੈ, ਮੈਨੂੰ ਅੱਜ ਤੁਹਾਡੇ ਪ੍ਰੋਸ ਦੇਖ ਕੇ ਲੱਗਿਆ, ਮੈਨੂੰ ਲੱਗਿਆ ਕਿ ਵੀ ਭਗਵੰਤ ਸਿੰਘ ਮਾਨ ਨੇ ਜੋ ਕੰਮ ਕਰ ਰਹੇ ਨੇ, ਮੈਨੂੰ ਲੱਗਦਾ ਸਪੋਕਸਪਰਸਨ ਦਾ ਇੱਕ ਬੋਲਣ ਦਾ ਬਹੁਤਾ ਕੁਝ ਰਹਿ ਨਹੀਂ ਗਿਆ ਕਿਉਂਕਿ ਉਹਨਾਂ ਨੇ ਐਕਸ਼ਨ ਦੇ ਵਿੱਚ ਇੰਨਾ ਕੁਝ ਕਰਤਾ। ਦੇਖੋ ਸਾਡੀ ਜਿਹੜੀ ਪਾਰਟੀ ਸੀਗੀ ਉਹਦੇ ਬੁਨਿਆਦੀ ਮੁੱਦੇ 3 ਸੀਗੇ, ਐਜੂਕੇਸ਼ਨ, ਅਨਐਮਪਲੋਇਮੈਂਟ, ਹੈਲਥ। ਇਹ ਬੁਨਿਆਦੀ ਮੁੱਦੇ ਸੀਗੇ ਐਂਡ ਹਰ ਇਨਸਾਨ ਵਾਸਤੇ ਬੁਨਿਆਦੀ ਮੁੱਦੇ ਹੈ। ਭਾਵੇਂ ਅਸੀਂ ਇੰਡੀਆ ਅਗੇਂਸਟ ਕਰਪਸ਼ਨ ਲਾ ਲਈਏ, ਭਾਵੇਂ ਅਸੀਂ 2017 ਦੀ ਇਲੈਕਸ਼ਨ ਲਾ ਲਈਏ, ਭਾਵੇਂ ਅਸੀਂ 2022 ਦੀ ਇਲੈਕਸ਼ਨ ਲਾ ਲਈਏ, ਇਹ ਮੁੱਦਿਆਂ ਦੇ ਉੱਪਰ ਅਸੀਂ ਲੜਾਈ ਲੜੀ ਸੀ। ਪਰ ਅੱਜ ਇਹਨਾਂ ਅਧਿਆਪਕਾਂ ਦੇ ਹੰਝੂਆਂ ਨੇ, ਜਿਹੜੇ ਮੈਂ ਕਹੂੰਗਾ ਹੰਝੂ ਅੱਜ ਖੁਸ਼ੀ ਦੇ ਹੰਝੂ ਸੀਗੇ ਪਰ ਉਹਦੇ ਚ ਦੁੱਖ ਦੇ ਹੰਝੂ ਵੀ ਸੀਗੇ ਕਿਉਂਕਿ ਉਹਨਾਂ ਨੂੰ ਆਪਣੀ ਪੁਰਾਣੀ ਜਿਹੜੇ ਉਹਨਾਂ ਨੇ ਯਤਨ ਕੀਤੇ 20 ਸਾਲ ਤੋਂ ਪੱਕੇ ਹੋਣ ਦੇ ਅੱਜ ਉਹਨਾਂ ਦੀ ਅੱਖਾਂ ਦੇ ਸਾਹਮਣੇ ਆ ਗਏ ਹੋਣਗੇ। ਨਹੀਂ, ਉਹ ਅੱਜ ਉਹ ਮੰਗ ਰਹੇ ਆ ਵੀ ਉਹ ਕਹਿੰਦੇ ਆ ਵੀ ਅਸਲ ਦੇ ਵਿੱਚ ਜਿਹੜਾ ਹਕੀਕਤ ਦੇ ਵਿੱਚ ਹੋਇਆ ਕੀ ਹੈ, ਕੱਚੇ ਤੋਂ ਸਿਰਫ ਪੱਕੇ ਹੀ ਕੀਤੇ ਆ ਜਾਂ ਇਹ ਹਵਾਈ ਗੱਲੀ ਕੀਤੀ ਹੈ ਜਾਂ ਬਾਕੀ ਕਾਗਜ਼ੀ ਕਾਰਵਾਈ ਵੀ ਪੂਰੀ ਹੋ ਗਈ ਹੈ? ਜੇ ਅੱਜ ਵੀ ਸੰਧੂ ਸਾਹਿਬ ਨੂੰ ਇਹਨਾਂ ਹੰਝੂਆਂ ਦੀ ਜੇ ਅੱਜ ਇਹਨਾਂ ਨੂੰ ਕੋਈ ਐਪਥੀ ਨਹੀਂ ਹੈ, ਜੇ ਅੱਜ ਵੀ ਇਹ ਇਹਨਾਂ ਦਾ ਦਰਦ ਨਹੀਂ ਸਮਝ ਸਕਦੇ, ਮੈਂ ਇਸ ਤੋਂ ਅੱਗੇ ਕੁਝ ਬਿਆਨ ਨਹੀਂ ਕਰ ਸਕਦਾ। ਉਹ ਸਾਫ਼ ਹੀ ਦਰਸਾਉਂਦਾ ਹੈ ਕਿ ਮੈਂ ਸੰਤ ਸਾਹਿਬ ਦਾ ਜਵਾਬ ਲੈ ਲੈਣਾ। ਤੇ ਸੰਤ ਸਾਹਿਬ, ਹੁਣ ਕੋਈ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦੱਸੋ ਫਿਰ, ਜਾਂ ਕੁਝ ਹੈ? ਮੈਂ ਇਹ ਗੱਲ, ਮੇਰਾ ਸਵਾਲ ਜਿਉਂ ਦੀ ਤਿਉਂ ਬਰਕਰਾਰ ਹੈ ਵੀ ਇਹ ਤੁਸੀਂ ਕਿਉਂ ਨਹੀਂ ਕੀਤਾ? ਨਹੀਂ ਦੇਖੋ ਅਰੋੜਾ ਜੀ ਨਾ ਜਵਾਬ ਨਹੀਂ ਦੇ ਸਕੇ, ਮੈਂ ਦੱਸਦਾ ਠੀਕ, ਕੋਈ ਸ਼ੱਕ ਨਹੀਂ ਇਹਨਾਂ ਨੇ ਪ੍ਰੋਗਰਾਮ ਕੀਤਾ, ਅਧਿਆਪਕ ਸੱਦੇ, ਸਾਰੇ ਸੱਦੇ, ਤੁਸੀਂ ਵੀ ਆਪਣੀਆਂ ਜੋ ਸਲਾਈਡਾਂ ਪਤਾ ਨਹੀਂ ਕਿੱਥੋਂ ਕੱਢ ਕੇ ਵਿਖਾਈਆਂ, ਖਰੇ ਸਰਕਾਰ ਦਾ ਤੁਸੀਂ ਪੱਖ ਪੂਰਾ ਸੀ ਮੈਨੂੰ ਨਹੀਂ ਪਤਾ ਲੱਗਾ। ਪਰ ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਸਾਰੇ ਸੰਧੂ ਸਾਹਿਬ, ਗੱਲ ਇਹ ਆ ਕਿਉਂ ਇਹਨਾਂ ਦਾ ਧਰਨਾ 2015 ਤੋਂ, ਬਹੁਤਾ ਪਿੱਛੇ ਤਾਂ ਨਹੀਂ, 2015 ਤੋਂ 2021-22 ਤੱਕ ਮੈਂ ਆਪ ਵਿਚਰ ਕੇ ਦਿਨ ਰਾਤ ਆਪ ਵੇਖਿਆ। ਉਹ ਮੈਂ ਪਰਸਨਲੀ, ਤੁਸੀਂ ਕਹਿੰਦੇ ਨਾ ਕੱਢੀਆਂ, ਮੈਂ ਪਰਸਨਲੀ ਕੱਢੀਆਂ, ਮੈਂ ਪਰਸਨਲੀ ਉਹ ਦੇਖਿਆ ਔਰ ਮੈਨੂੰ ਯਾਦ ਸੀ ਉਹਨਾਂ ਦੇ ਇੱਕ ਬੋਲ, ਕਿਉਂਕਿ ਮੈਂ ਦਿਨ ਰਾਤ ਉਸ ਸੰਘਰਸ਼ ਨੂੰ ਆਪਣੀ ਬਹੁਤ ਨੇੜਿਓਂ ਆਪਣੀ ਅੱਖਾਂ ਦੇ ਨਾਲ ਦੇਖਿਆ ਤੇ ਉਹਨੂੰ ਮਹਿਸੂਸ ਵੀ ਕੀਤਾ। ਜਦੋਂ ਛੋਟੀਆਂ 3-3 ਮਹੀਨੇ ਦੀਆਂ ਬੱਚੀਆਂ ਗੋਦੀ 'ਚ ਹੁੰਦੀਆਂ ਸੀਗੀਆਂ, ਨਵਜੰਮੀਆਂ ਬੱਚੀਆਂ ਗੋਦੀ 'ਚ ਹੁੰਦੀਆਂ ਸੀ ਤੇ ਕੁੜੀਆਂ ਧਰਨੇ ਬੈਠੇ ਹੁੰਦੇ ਸੀ, 7-7 ਮਹੀਨੇ ਦੀ ਪ੍ਰੈਗਨੈਂਟ ਲੇਡੀਜ਼ ਧਰਨਿਆਂ ਦੇ ਉੱਤੇ ਹੁੰਦੀਆਂ ਸੀਗੀਆਂ, ਜਿਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਘਰੇ ਡੀਕ ਰਹੇ ਹੁੰਦੇ ਸੀਗੇ ਉਹ ਇੱਥੇ ਹੁੰਦੇ ਸੀਗੇ। ਮੈਂ ਇਹਨੂੰ ਬਹੁਤ ਨੇੜਿਓਂ ਦੇਖਿਆ, ਇਸ ਕਰਕੇ ਮੈਨੂੰ ਉਹ ਦਿਖਾਉਣਾ ਜ਼ਰੂਰੀ ਲੱਗਿਆ। ਧਾਰੀਵਾਲ ਜੀ, ਵਧੀਆ ਗੱਲ ਹੈ ਤੁਹਾਡੀ, ਤੁਸੀਂ ਬੜੇ ਸਿਆਣੇ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮਜ਼ਾ ਤਾਂ ਹੁੰਦਾ ਵੀ ਇੱਥੇ ਅੱਜ ਅਧਿਆਪਕ ਯੂਨੀਅਨ ਦਾ ਜਾਂ ਕੋਈ ਪ੍ਰਧਾਨ ਬਿਠਾਇਆ ਹੁੰਦਾ ਜਾਂ ਕੋਈ ਅਧਿਆਪਕ ਤੁਸੀਂ ਬਿਠਾਇਆ। ਹੁਣ ਮੈਂ ਦੱਸਦਾ ਕਿ ਆਪਾਂ ਇੱਥੇ ਬਹਿਸ ਨਹੀਂ ਕਰਨੀ। ਹੁਣ ਮੈਂ ਤੁਸੀਂ ਫਿਰ ਉਹੀ ਗੱਲ ਕਹੋਗੇ, ਆਹ ਦੇਖੋ ਜਿੰਨੇ ਮੇਰੀ ਡਾਇਲਡ ਲਿਸਟ ਦੇ ਵਿੱਚ ਬੰਦੇ ਨੇ, ਜਿੰਨੇ ਫੋਨ ਨੇ, ਸਾਰੇ ਅਧਿਆਪਕ ਨੇ। ਉਹ ਹਲੇ ਉਸ ਪ੍ਰੋਗਰਾਮ ਦੇ ਵਿੱਚ ਬਿਜ਼ੀ ਨੇ, ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਹ ਹਲੇ ਵੀ ਉੱਥੇ ਬਿਜ਼ੀ ਨੇ, ਉਹਨਾਂ ਦਾ ਉੱਥੇ ਖਾਣੇ ਵਗੈਰਾ ਦਾ ਪ੍ਰੋਗਰਾਮ ਸੀਗਾ। ਉਹ ਕਹਿੰਦੇ ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਦੱਸਣਾ ਚਾਹੁੰਦੇ ਹਾਂ, ਬਿਆਨ ਕਰਨਾ ਚਾਹੁੰਦੇ ਹਾਂ,
ਪਰ ਫਿਰ ਵੀ ਜੇ ਤੁਹਾਡੀ ਤਮੰਨਾ ਹੈ ਆਪਾਂ ਉਹਨਾਂ ਨਾਲ ਦੁਬਾਰਾ ਵੀ ਬਹਿ ਕੇ ਗੱਲ ਕਰਾਂਗੇ। ਚਲੋ ਕੋਈ ਗੱਲ ਨਹੀਂ ਧਾਰੀਵਾਲ ਜੀ, ਆਪਾਂ ਇਸ ਵਿਸ਼ੇ ਤੇ ਬਹਿਸ ਨਹੀਂ ਕਰਨੀ। ਵੇਖੋ ਪੰਜਾਬ ਦੀ ਗੱਲ ਆ, ਇਹ ਅਧਿਆਪਕਾਂ ਦੀ ਗੱਲ ਆ, ਆਪਾਂ ਇਸ ਵਿਸ਼ੇ ਤੇ ਬਹਿਸ ਨਹੀਂ ਕਰਨੀ। ਇਹ ਆਪਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ, ਪਰ ਇੱਕ ਮੈਂ ਸ਼ੀਸ਼ਾ ਜ਼ਰੂਰ ਵਿਖਾਉਣਾ। ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹਨਾਂ ਨੇ ਜਿਹੜੇ ਆ ਇਹ ਸਾਰਾ ਪ੍ਰੋਗਰਾਮ ਕਿਹਾ ਤੇ ਇੱਕ ਸ਼ਬਦ ਦਿੱਤਾ ਵੀ ਅਸੀਂ ਕੱਚਿਆਂ ਤੋਂ ਪੱਕੇ ਕਰਨਾ। ਮੈਨੂੰ ਇਹ ਸ਼ਬਦ ਤੇ ਇਤਰਾਜ਼। ਪੱਕੇ ਕਿੱਥੋਂ ਕਰਤੇ ਇਹਨਾਂ ਨੇ? ਤੁਸੀਂ ਵੇਖੋ, ਮੈਂ ਬੜੇ ਤਰੀਕੇ ਨਾਲ ਤੁਹਾਨੂੰ ਦੱਸਦਾ। ਇਹ ਕਹਿੰਦੇ ਵੀ ਅਸੀਂ ਇਹਨਾਂ ਦੀ ਤਨਖਾਹਾਂ ਵਧਾ ਰਹੇ ਹਾਂ। ਅਸੀਂ ਐਪਰੀਸ਼ੀਏਟ ਕਰਦੇ ਵੀ ਵਧੀਆ ਗੱਲ ਆ, ਕਿਸੇ ਦੀ 3500 ਤੋਂ 15000 ਹੋਈ ਹੈ, ਐਜੂਕੇਸ਼ਨਲ ਵਲੰਟੀਅਰ ਦੀ, ਪ੍ਰੋਵਾਈਡਰ ਦੀ ਜਿਹੜੀ 9500 ਤੋਂ 20000 ਹੋਈ ਹੈ, ਕੋਈ ਸ਼ੱਕ ਨਹੀਂ। ਆਈਵੀ ਦੀ ਵਲੰਟੀਅਰ ਦੀ 5500 ਤੋਂ 15000 ਹੋਇਆ, ਈਟੀਟੀ ਦੀ ਵੀ ਹੋਈ ਵਧੀਆ, ਡਬਲ ਹੋਈ ਹੈ ਤਨਖਾਹਾਂ, ਵਧੀਆ ਗੱਲ ਹੈ, ਕੋਈ ਸ਼ੱਕ ਨਹੀਂ, ਐਪਰੀਸ਼ੀਏਟ ਕਰਦੇ। ਪਰ ਜਦੋਂ ਇਹ ਸ਼ਬਦ ਵਰਤਦੇ ਆ ਪੱਕੇ ਕਰਤੇ, ਹੁਣ ਤੁਸੀਂ ਵੇਖ ਲਓ ਕੱਲ ਸਾਰੇ ਪੰਜਾਬ ਬੋਰਡ ਲੱਗੇ, ਤੁਸੀਂ ਮੈਨੂੰ ਫੜ ਲੈਣਾ ਵੀ ਅਸੀਂ ਪੱਕੇ ਕਰਤੇ। ਉਹ ਬਈ ਤੁਸੀਂ ਪੱਕੇ ਕਿੱਥੇ ਕਰਤੇ? ਜਾਂ ਤੇ ਦੱਸੋ ਨਾ ਤੁਸੀਂ ਇਹਨਾਂ ਨੂੰ ਵੀ ਇਹਨਾਂ ਨੂੰ ESR ਮਿਲੋ ਸਰ, ਇਹਨਾਂ ਨੂੰ ਰੈਗੂਲਰ ਸ਼ਬਦ ਤੁਸੀਂ ਵਰਤ ਤੇ ਲਿਆ, ਕੀ ਇਹਨਾਂ ਦੀਆਂ ਤਨਖਾਹਾਂ ਤੇ ਮੁੜ ਕੇ ਵਾਧਾ ਹੋਊਗਾ? ਨੰਬਰ 1, ਮੈਟਰਨਿਟੀ ਲੀਵ ਇਹ ਕਹਿੰਦੇ ਸੀ ਉਹਦੇ ਪਹਿਲਾਂ ਹੀ ਮਿਲਦੀ ਸੀ, ਇਹਨਾਂ ਨੇ ਨਵਾਂ ਕੀ ਕੀਤਾ? 58 ਸਾਲ ਦੀ ਉਮਰ ਦੀ ਰਿਟਾਇਰਮੈਂਟ ਪਹਿਲਾਂ ਹੀ ਸੀ। ਅੱਛਾ, ਫਿਰ ਕਹਿੰਦੇ ਜੀ ਛੁੱਟੀਆਂ ਦੀ ਤਨਖਾਹ ਵੇਚ ਦਾ ਵਾਅਦਾ ਤੁਹਾਨੂੰ ਉਹਦੇ ਪਹਿਲਾਂ ਹੀ ਸੀ ਕੀਤਾ। ਕੁਛ ਨਹੀਂ, ਪੱਕੇ ਨਹੀਂ ਕੀਤੇ। ਇਹਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਕਿ ਸਾਰੀਆਂ ਮਿਲ ਜਾਣਗੀਆਂ ਇਹਨਾਂ ਨੂੰ, ਜਾਂ ਤੇ ਦੱਸਣੇ ਵੀ ਸਾਰੀਆਂ ਇਹਨਾਂ ਨੂੰ ਸਹੂਲਤਾਂ ਮਿਲ ਗਈਆਂ। ਕਿਸੇ ਵੀ ਜੋ ਰੈਗੂਲਰ ਸੰਧੂ ਸਾਹਿਬ, ਮੈਂ ਨਾ ਬਸ ਇੱਕ ਗੱਲ ਕਹਿ ਕੇ ਨਾ ਫਿਰ ਮੈਡਮ ਸੰਧਾ ਵਾਲੀ ਜੀ ਕੋਲ ਜਾਊਂਗਾ। ਮੇਰੀ ਇੱਕ ਗੱਲ ਸੁਣ ਲਓ ਸੰਧੂ ਸਾਹਿਬ, ਇੱਕ ਗੱਲ ਹੈ ਤੂੰ ਸ਼ਾਇਦ ਅੱਜ ਤੁਹਾਨੂੰ ਮੇਰੇ ਬੋਲਾਂ ਦੇ ਵਿੱਚ ਕੋਈ ਅਲੱਗ ਜੀ ਬੋ ਆ ਰਹੀ ਹੋਵੇ, ਹੋ ਸਕਦਾ ਹੈ ਤੁਹਾਨੂੰ ਲੱਗ ਰਿਹਾ ਹੋਵੇ ਵੀ ਕੋਈ ਕਿਤੇ ਨਾ ਕਿਤੇ ਡਗਮਗਾ ਗਿਆ, ਕਿਤੇ ਡੋਲ ਗਏ ਆ। ਮੈਂ ਤੁਹਾਨੂੰ ਗੱਲ ਦੱਸਾਂ, ਪਰ ਜੇ ਉਸ ਤਰੀਕੇ ਨਾਲ ਹੁੰਦਾ ਫਿਰ ਇਕੱਲੇ ਜਿਸਤੇ ਅਰੋੜਾ ਜੀ ਬੈਠੇ ਹੁੰਦੇ, ਨਾ ਤਾਂ ਸੰਧਾ ਵਾਲੀ ਜੀ ਬੈਠੇ ਹੁੰਦੇ ਤੇ ਨਾ ਹੀ ਤੁਸੀਂ ਹੁੰਦੇ। ਵਿਰੋਧੀ ਧਿਰਾਂ ਨੂੰ ਬਿਠਾਉਣ ਦਾ ਮਕਸਦ ਤੇ ਮੰਤਵ ਇਹੀ ਹੁੰਦਾ ਹੈ ਕਿ ਉਹ ਇਹਨਾਂ ਨੂੰ ਵਾਕਿਆ ਹੀ ਸ਼ੀਸ਼ਾ ਦਿਖਾ ਸਕਣ, ਤੇ ਤੁਸੀਂ ਸ਼ੀਸ਼ਾ ਦਿਖਾਇਓ। ਹੁਣ ਆਪਣੇ ਅਗਲੇ ਤੁਹਾਡੇ ਸੈਗਮੈਂਟ ਦੇ ਵਿੱਚ ਜਦੋਂ ਆਉਂਗਾ ਤੇ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਕਹਿ ਰਹੇ ਹੋ ਕਿ ਜਾਂ ਤਾਂ ਇਹ ਕੀਤਾ, ਹੁਣ ਜਦੋਂ ਮੁੱਖ ਮੰਤਰੀ ਨਹੀਂ ਕਹਿਤਾ, ਜਾਂ ਤਾਂ ਤੁਸੀਂ ਉਹਦਾ ਕੋਈ ਡਾਕੂਮੈਂਟ ਦਿਓ, ਪ੍ਰੂਫ ਦਿਓ ਵੀ ਇਹ ਪੱਕੇ ਨਹੀਂ ਹੋਏ ਹੈਗੇ। ਅਦਰਵਾਈਜ਼ ਦੇਖੋ ਪਾਣੀ 'ਚ ਡਾਂਗਾ ਮਾਰਨ ਦਾ ਫਾਇਦਾ ਕੋਈ ਨਹੀਂ। ਨਹੀਂ, ਬਿਲਕੁਲ ਅਥੈਂਟਿਕ। ਮੈਂ ਪੰਜਾਬ ਕਾਂਗਰਸ ਦਾ ਸਪੋਕਸਪਰਸਨ ਐਵੇਂ ਥੋੜੀ ਬੋਲੀ ਜਾਊਂਗਾ। ਮੈਂ ਨਹੀਂ ਕਹਿ ਰਿਹਾ, ਤੁਸੀਂ ਉਹਨਾਂ ਦੀ ਕੱਚੇ ਅਧਿਆਪਕ ਯੂਨੀਅਨ ਦੀ ਸਾਈਟ ਤੇ ਚਲ ਜਾਓ, ਉਹਨਾਂ ਦਾ ਗਰੁੱਪ ਤੇ ਚਲ ਜਾਓ, ਤੁਸੀਂ ਜਾ ਕੇ ਪੜ੍ਹ ਲਓ। ਉਹਨਾਂ ਨੇ ਕੀ ਕਿਹਾ? नो पेस के, नो सिर्फ फिजिकल रूल, नो महंगाई पता, कोई और पता नहीं, मेडिकल पता नहीं, मोबाइल पता नहीं, GPS नहीं, कोई पेंशन नहीं। फिर कादे कच्चे दे पक्के होए? तनख्वाह जरूर ਵਧਾਈ, ਅਸੀਂ ਮੰਨਦੇ ਆ। ਚਲੋ ਮੈਂ ਇਹ ਸਵਾਲ ਦਾ ਜਵਾਬ ਅਰੋੜਾ ਸਾਹਿਬ ਤੋਂ ਜ਼ਰੂਰ ਲਵਾਂਗਾ, ਪਰ ਮੈਡਮ ਸੰਧਾ ਵਾਲੀ ਜੀ ਤੁਸੀਂ ਠੀਕ ਹੈ ਸੰਧੂ ਸਾਹਿਬ, ਠੀਕ ਹੈ ਦੱਸਣਗੇ ਵੀ, ਪਰ ਜਿਹੜਾ ਤੁਹਾਡਾ ਕੰਮ ਅੱਜ ਤੁਸੀਂ ਪੂਰਾ ਨਹੀਂ ਕਰ ਰਹੇ, ਤੁਹਾਡਾ ਹੋਮਵਰਕ ਇਨਕੰਪਲੀਟ ਹੈ, ਤੁਸੀਂ ਆਪਣਾ ਕੰਮ ਪੂਰਾ ਨਹੀਂ ਕਰ ਰਹੇ। ਇਹ ਤੁਸੀਂ ਦੱਸੋ ਵੀ ਤੁਸੀਂ ਆਹ ਕੀਤਾ ਵੀ ਕਿਉਂ ਕੀਤਾ, ਫਿਰ ਤਾਂ ਮੈਂ ਉਹਨਾਂ ਨੂੰ ਪੁੱਛਣ ਵਾਲਾ। ਪਰ ਮੈਮ ਗੱਲ ਇਹ ਆ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤਸਵੀਰਾਂ ਇਹ ਆਉਂਦੀਆਂ ਸੀਗੀਆਂ ਕਿ ਮੰਤਰੀ ਸਾਹਿਬ ਅਧਿਆਪਕਾਂ ਨੂੰ ਕੁੱਟਦੇ ਸੀਗੇ, ਆਪ ਕੂਣੀਆਂ ਮਾਰਦੇ, ਘਸੁੰਨ ਮਾਰਦੇ। ਵੀਡੀਓਜ਼ ਵੀ ਹੈਗੀਆਂ ਨੇ, ਮੈਂ ਦਿਖਾਈਆਂ ਨਹੀਂ ਹੈਗੀਆਂ। ਚੰਗਾ ਹੀ ਲੱਗਦਾ ਹੈਗਾ, ਕਿਉਂਕਿ ਬੱਚੇ ਕੀ ਸਿੱਖਣਗੇ ਵੀ ਜਿੱਥੇ ਜਿਹੜੇ ਅਧਿਆਪਕਾਂ ਦੀ ਕਟਾਈ ਹੋ ਰਹੀ ਹੋਵੇ ਉੱਥੇ ਕੀ ਹਾਲ ਹੋਏਗਾ। ਅੱਜ ਇਹਨਾਂ ਨੇ ਇਹ ਕੰਮ ਕੀਤਾ, ਵਧਾਈ ਦਿਓਗੇ, ਮਿਹਣਾ ਦਿਓਗੇ ਜਾਂ ਕੋਈ ਉਲਾਂਭਾ ਦਿਓਗੇ? ਮੈਂ ਧਾਲੀਵਾਲ ਸਾਹਿਬ ਬੜੀ ਵਧਾਈ ਦਿਆਂਗੀ ਮਾਨ ਸਾਹਿਬ ਨੂੰ। ਮੈਂ ਇੱਕ ਪੰਜਾਬੀ ਹਾਂ, ਮੈਂ ਇੱਕ ਹਿੰਦੁਸਤਾਨੀ ਹਾਂ, ਮੈਂ ਇੱਕ ਔਰਤ ਹਾਂ। ਮੈਂ ਸਮਝਦੀ ਹਾਂ ਕਿ ਪੋਲੀਟੀਕਲ ਪਾਰਟੀਜ਼ ਨੂੰ ਆਪਣੀ ਪੈਟੀ ਪੋਲਿਟਿਕਸ ਤੋਂ ਉੱਠ ਕੇ ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ, ਮੁਬਾਰਕਬਾਦ ਦੇਣੀ ਚਾਹੀਦੀ ਹੈ ਕਿ ਕਿਸੇ ਚੀਫ ਮਿਨਿਸਟਰ ਨੇ ਕਮ ਸੇ ਕਮ ਸੋਚਿਆ ਤੇ ਸਹੀ। ਉਹਦੇ ਵਿੱਚ 10 ਸਾਲ ਕਾਂਗਰਸ ਨੇ ਰੂਲ ਕੀਤਾ ਹੈ। ਕਿਸੇ ਵੀ ਤੁਹਾਡੀਆਂ ਕਲਿੱਪਸ ਤੋਂ ਮੈਂ ਦੇਖ ਰਹੀ ਹਾਂ, ਔਰ ਮੈਂ ਖੁਦ ਪੰਜਾਬ 'ਚ ਰਹਿਣ ਵਾਲੀ ਔਰਤ ਹਾਂ, ਵੇਖਦੀ ਰਹੀ ਹਾਂ ਕਿ ਕੀ ਇਹਨਾਂ ਬੱਚਿਆਂ ਦੇ ਨਾਲ ਹੁੰਦਾ ਰਿਹਾ ਹੈ। ਦੇਖੋ, ਅਸੀਂ ਜਦੋਂ ਕਹਿੰਦੇ ਹਾਂ ਕਿ ਪੰਜਾਬ ਬਹੁਤ ਪਿੱਛੇ ਰਹਿ ਗਿਆ, ਪਹਿਲੇ ਨੰਬਰ ਸੂਬੇ ਤੋਂ ਹੋ ਕੇ ਅਸੀਂ ਮੇਰਾ ਖਿਆਲ ਸ਼ਾਇਦ 23ਵੇਂ ਨੰਬਰ 'ਤੇ ਆ ਗਏ ਹਾਂ। ਉਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਇਹ ਹੈ ਕਿ ਸਾਡਾ ਮਿਆਰ ਗਵਰਨਮੈਂਟ ਸਕੂਲਸ ਦਾ ਬਹੁਤ ਥੱਲੇ ਚਲਾ ਗਿਆ ਹੈ। ਅਸੀਂ ਉਹਨਾਂ ਸਕੂਲਾਂ ਦੇ ਵਿੱਚ ਅੱਛੇ ਮਾਸਟਰ ਨਹੀਂ ਲਾ ਸਕੇ, ਅਸੀਂ ਮਾਸਟਰਾਂ ਨੂੰ ਉਨੀ ਅੱਛੇ ਪੂਲ ਆਫ ਪੀਪਲ ਨੂੰ ਐਜੂਕੇਸ਼ਨ ਵੱਲ ਨਹੀਂ ਲੈ ਕੇ ਆ ਸਕੇ, ਕਿਉਂਕਿ ਤਨਖਾਹਾਂ ਜਿਹੜੀਆਂ ਨੇ ਔਰ ਸਹੂਲਤਾਂ ਜਿਹੜੀਆਂ ਨੇ ਉਹ ਅਸੀਂ ਉਨੇ ਹਿਸਾਬ ਨਾਲ ਨਹੀਂ ਦਿੰਦੇ ਜਿਵੇਂ ਦੂਜੀਆਂ ਸਟੇਟਸ ਦਿੰਦੀਆਂ ਸਨ। ਫਿਰ ਅਸੀਂ ਇੰਨਾ ਹੀ ਬੱਤਰ ਕਰ ਦਿੱਤਾ ਆਪਣਾ ਪੜ੍ਹਾਈ ਦਾ ਮਿਆਰ ਔਰ ਟੀਚਰਸ ਦਾ ਮਿਆਰ। ਮੈਂ ਸਮਝਾਂਗੀ ਕਿ ਭਾਵੇਂ ਉਹ ਅਕਾਲੀ ਦਲ ਸੀ, ਭਾਵੇਂ ਉਹ ਕਾਂਗਰਸ ਸੀ, ਪਿਛਲੇ 20 ਸਾਲਾਂ ਦੇ ਵਿੱਚ ਜੋ ਅਤਿਆਚਾਰ ਟੀਚਰਸ ਦੇ ਨਾਲ ਹੋਇਆ ਸਟੇਟ ਦੇ ਵਿੱਚ,
ਉਹ ਬਹੁਤ ਅਫਸੋਸਨਾਕ ਸੀ ਔਰ ਗਲਤ ਸੀ। ਜੋ ਅੱਜ ਚੀਫ ਮਿਨਿਸਟਰ ਸਾਹਿਬ ਭਗਵੰਤ ਸਿੰਘ ਮਾਨ ਨੇ ਕੀਤਾ ਹੈ ਉਹਨੂੰ ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ, ਪਰ ਉਹਦੇ ਉੱਤੇ ਇੱਕ ਹੋਰ ਕੈਚ ਮੈਂ ਜ਼ਰੂਰ ਕਵਾਂਗੀ ਕਿ ਉਹਨਾਂ ਨੇ ਜਿਹੜਾ ਇਹ ਕ੍ਰੈਡਿਟ ਲਿਆ ਕਿ ਅਸੀਂ ਕੱਚਿਆਂ ਤੋਂ ਪੱਕੇ ਕਰ ਦਿੱਤਾ ਹੈ, ਉਹ ਥੋੜਾ ਗਲਤ ਲਫ਼ਜ਼ ਇਸਤੇਮਾਲ ਕਰ ਲਿਆ। ਠੀਕ ਹੈ, ਉਹ ਮੈਂ ਪੁੱਛਦਾ ਸਿਰਫ ਤਨਖਾਹਾਂ ਵਧਾਈਆਂ ਗਈਆਂ ਨੇ, ਪਰ ਸਰਕਾਰ ਕੋ ਕੋਈ ਇੰਨੇ ਜ਼ਿਆਦਾ ਪੈਸੇ ਨਹੀਂ ਨੇ ਕਿ ਅਸੀਂ ਉਹ ਪੈਨਸ਼ਨ ਦੇ ਸਕਣ। ਉਹਨਾਂ ਨੂੰ ਸ਼ਾਇਦ ਇਹ ਸਮਝਾਉਣਾ ਚਾਹੀਦਾ ਸੀ ਕਿ ਪੰਜਾਬ ਸਰਕਾਰ ਬੈਂਕਰਪਟ ਹੋਈ ਹੈ, ਸਾਡੇ ਕੋਲ ਕੋਈ ਪੈਸੇ ਨਹੀਂ ਕਿ ਅਸੀਂ ਪੈਨਸ਼ਨ ਦੇ ਸਕੀਏ ਜਾਂ ਇੰਨੀਆਂ ਜ਼ਿਆਦਾ ਸਹੂਲਤਾਂ ਦੇ ਸਕੀਏ। ਸਿਰਫ ਤੇ ਸਿਰਫ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ, ਜਿਹੜੀ ਕਿ ਬੜੀ ਅੱਛੀ ਗੱਲ ਹੈ। ਠੀਕ ਹੈ ਅਰੋੜਾ ਸਾਹਿਬ, ਇਹੀ ਗੱਲ ਸੰਧੂ ਸਾਹਿਬ ਕਹਿ ਰਹੇ ਸੀਗੇ, ਮੈਮ ਨੇ ਬੜੇ ਸਰਲ ਸ਼ਬਦਾਂ ਦੇ ਵਿੱਚ ਇਹ ਗੱਲ ਨੂੰ ਕਹਿਤੀ ਵੀ ਪੱਕੇ ਨਹੀਂ ਕੀਤੇ ਬੰਦੇ, ਹਲੇ ਕੱਚੇ ਹੀ ਨੇ ਤੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ, ਜਿਹਨੂੰ ਸ਼ਲਾਘਾਯੋਗ ਕਹਿ ਰਹੇ ਆ। ਪਰ ਫਿਰ ਜੇਕਰ ਵਾਕਈ ਐ ਹੋਇਆ ਇਹ ਮੁੜ ਤੋਂ ਆਵਾਮ ਨਾਲ ਠੱਗੀ ਨਹੀਂ ਤਾਂ ਹੋਰ ਕੀ ਆ? ਧਾਲੀਵਾਲ ਸਾਹਿਬ, ਮੈਂ ਪਹਿਲਾਂ ਕਨਸੈਪਟ ਤੁਹਾਨੂੰ ਥੋੜਾ ਜਿਹਾ 2 ਲਾਈਨਾਂ 'ਚ ਦੱਸ ਦਿੰਨਾ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਤੇ ਮੇਰੇ ਭੈਣ ਭਰਾਵਾਂ ਨੂੰ ਜਿਹੜੇ ਸਪੋਕਸਪਰਸਨ ਬੈਠੇ ਆ, ਕਿ ਪਹਿਲਾਂ ਇਹ ਅਧਿਆਪਕ ਜਿਹੜੇ ਸੀਗੇ ਕੰਟਰੈਕਚੁਅਲ ਸੀਗੇ। ਕੰਟਰੈਕਚੁਅਲ ਦਾ ਮਤਲਬ ਹੈ ਉਹਦੇ 'ਚ ਹਰ ਇੱਕ ਕੰਟਰੈਕਟ ਦੇ ਵਿੱਚ ਲਿਖਿਆ ਹੁੰਦਾ ਹੈ ਕਿ 1 ਮਹੀਨੇ ਦੇ ਨੋਟਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਜੌਬ ਹੈ, ਜਿਹੜੀ ਨੌਕਰੀ ਹੈ, ਉਹ ਜਾ ਸਕਦੀ ਹੈ। ਉਹਦੇ ਵਾਸਤੇ ਉਹਨਾਂ ਦੇ ਕੋਲ ਕੋਈ ਹੱਕ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾ ਸਕਦਾ। ਬਿਲਕੁਲ, ਉਹਨਾਂ ਦੇ ਕੋਲ ਹੱਕ ਹਕੂਕ ਨਹੀਂ ਹੈਗੇ। ਉਹਨਾਂ ਨੂੰ ਕੋਈ ਕਚਹਿਰੀ ਮਦਦ ਨਹੀਂ ਕਰੇਗੀ, ਉਹਨਾਂ ਨੂੰ ਕੋਈ ਐਮਐਲਏ, ਕੋਈ ਐਮਪੀ, ਕੋਈ ਮੰਤਰੀ, ਕੋਈ ਇਨਸਾਨ ਨਹੀਂ ਹੈਲਪ ਕਰ ਸਕਦਾ। ਪਰ ਅੱਜ ਜੇ ਰੈਗੂਲਰ ਨੇ ਤੇ ਇਹਦਾ ਮਤਲਬ ਇਹ ਹੈ ਕਿ ਵੀ 58 ਸਾਲ ਤੱਕ ਉਹਨਾਂ ਨੂੰ ਪੱਕਾ ਰੱਖਿਆ ਜਾਏਗਾ। ਜਿਹੜੀ ਉਹਨਾਂ ਦੇ ਸਿਰ ਤੇ ਇੱਕ ਤਲਵਾਰ ਜੀ ਹਮੇਸ਼ਾ ਲਟਕੀ ਰਹਿੰਦੀ ਸੀਗੀ ਕਿ ਹਾਂਜੀ ਬਈ ਜੇ ਤੁਸੀਂ ਕੁਝ ਵੀ ਇਨਡਿਸਪਲਿਨ ਅਸਲ 'ਚ ਤਾਂ ਕਰਦੇ ਨਹੀਂ ਸੀਗੇ, ਪਰ ਇੱਕ ਡਰ ਜੋ ਉਹਨਾਂ ਦੇ ਦਿਮਾਗ 'ਚ ਪਾਇਆ ਜਾਂਦਾ ਸੀਗਾ ਕਿ ਵੀ ਹਾਂਜੀ ਤੁਹਾਡੀ ਨੌਕਰੀ ਜਾ ਸਕਦੀ ਹੈ। ਐਂਡ ਉਹਦਾ ਲਾਹਾ ਜਿਹੜਾ ਸਿਆਸਤਦਾਨ, ਜਿਹੜੇ ਰਵਾਇਤੀ ਪਾਰਟੀਆਂ ਦੇ ਸਿਆਸਤਦਾਨ ਨੇ, ਉਹ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਕਿਵੇਂ ਲੈਂਦੇ ਸੀਗੇ। ਸੋ ਅੱਜ ਉਹ ਪੱਕੇ ਹੋ ਗਏ ਹੈ, 58 ਸਾਲ ਤੱਕ ਉਹਨਾਂ ਦੀ ਨੌਕਰੀਆਂ ਪੱਕੀਆਂ ਹੋ ਗਈਆਂ। ਠੀਕ ਹੈ, ਇੱਕ ਮਿੰਟ ਅਰੋੜਾ ਸਾਹਿਬ, ਪਤਾ ਗੱਲ ਕੀ ਹੈ, ਪੁਆਇੰਟ ਟੂ ਪੁਆਇੰਟ ਆਪਾਂ ਡਿਸਕਸ ਕਰਦੇ ਰਹਿੰਦੇ ਆ ਕਿਉਂਕਿ ਨਹੀਂ ਫਿਰ ਕਹਾਣੀ ਲੰਬੀ ਪੈਣ ਦੀ ਆਣੀ ਹੈ। ਸੰਤ ਸਾਹਿਬ, ਗੱਲ ਇਹ ਹੈ, ਉਹ ਕਹਿੰਦੇ ਸੀਗੇ ਜਿਹੜੇ ਉਹਨਾਂ ਦੇ ਪਹਿਲਾਂ ਇਹ ਕੰਟਰੈਕਟ ਦੇ ਜ਼ਰੀਏ ਹੱਥ ਵਢਾ ਲਏ ਗਏ ਸੀਗੇ, ਉਹ ਕੰਟਰੈਕਟ ਤੋੜ ਕੇ ਖਤਮ ਕਰਕੇ ਪੱਕਾ ਕਰ ਦਿੱਤਾ ਗਿਆ। ਹੋਰ ਪੱਕੇ ਕਿਵੇਂ ਹੁੰਦੇ ਆ? ਧਾਰੀਵਾਲ ਜੀ, ਗੱਲ ਪਤਾ ਕੀ ਤੁਸੀਂ ਮੈਨੂੰ ਕਹਿੰਦੇ ਨਾ ਹੋ ਪੱਕੀ, ਮੈਂ ਦੱਸ ਹੋਇਆ ਕੀ ਹੈ ਬਈ ਅਸੀਂ ਜਿਹੜੇ ਰੈਗੂਲਰ ਜਾਂ ਨਾ ਸੌਰੀ ਜਿਹੜੇ ਪ੍ਰੋਵਾਈਡਰ ਰੱਖੇ ਸੀ ਨਾ, ਐਜੂਕੇਸ਼ਨਲ ਪ੍ਰੋਵਾਈਡਰ ਜਾਂ ਹੋਰ ਵਲੰਟੀਅਰ, ਉਹ ਬੇਸਿਕਲੀ ਤੁਹਾਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਕੀ ਕੀਤਾ ਸੀ ਕਿ ਪਿੰਡ ਦੇ ਵਿੱਚ ਹੀ ਤੁਸੀਂ ਮਤਾ ਪਾ ਕੇ, ਪੰਚਾਇਤ ਹੀ ਮਤਾ ਪਾ ਕੇ, ਪਿੰਡ ਦੀ ਕੋਈ ਪੜ੍ਹੀ ਲਿਖੀ ਕੁੜੀ ਆ, ਪੜ੍ਹਿਆ ਲਿਖਿਆ ਮੁੰਡਾ, ਉਹ ਉਹਦੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾ ਸਕਦੇ ਤੇ ਉਹਨਾਂ ਨੂੰ ਅਸੀਂ ਤਨਖਾਹ ਨਹੀਂ ਸੀ ਕਹਿੰਦੇ, ਬਾਣ ਭੱਤਾ ਕਹਿੰਦੇ ਸੀ, 3500 ਤੋਂ 5000 ਵਧਿਆ, ਉਹ ਵੀ ਬਾਅਦ ਸਾਡੀ ਸਰਕਾਰ ਦੇ ਵੇਲੇ ਵੀ ਵਧਿਆ, ਉਹ ਦਿੰਦੇ ਸੀ ਅਸੀਂ ਸਕੂਲ ਦੇ ਵਿੱਚ। ਉਹਨੂੰ ਅਸੀਂ ਰੈਗੂਲਰ ਕਿਵੇਂ ਕਰ ਸਕਦੇ ਸੀ? ਅਸੀਂ ਰੈਗੂਲਰ ਨਹੀਂ ਕਰ ਸਕਦੇ, ਅਸੀਂ ਕਿਹਾ ਸੀ ਵਲੰਟੀਅਰ ਨੇ। ਉਸ ਤਰ੍ਹਾਂ ਹੀ ਉਹਦੇ ਵਿੱਚ 3-4 ਕੈਟਾਗਰੀਆਂ ਤੁਸੀਂ ਵੇਖੀਆਂ। ਹਾਂ, ਈਟੀਟੀ ਵਾਲਾ ਤੇ ਜਿਹੜਾ ਸੀਜੀਐਸ ਵਾਲਾ ਜਾਂ ਜਿਹੜਾ ਬੀਐਮਏ ਵਾਲੇ, ਉਹ ਵੱਖਰੇ ਸੀ। ਮੈਂ ਜਿਹੜੇ ਅੱਜ ਰੈਗੂਲਰ ਕੀਤੇ ਉਹਨਾਂ ਦੀ ਮੈਂ ਗੱਲ ਕਰਦਾ, ਉਹ ਅਸੀਂ ਰੈਗੂਲਰ ਕਰਨ ਵਾਸਤੇ ਰੱਖੇ ਹੀ ਨਹੀਂ ਸੀ, ਉਹ ਅਸੀਂ ਰੱਖੇ ਸੀ ਵਲੰਟੀਅਰ ਵੀ। ਚਲੋ ਪਿੰਡ ਦਾ ਕੋਈ ਭਲਾ ਜੂ, ਉਹ ਸਰਕਾਰ ਤੇ ਰੱਖ ਹੀ ਨਹੀਂ ਸਕਦੀ, ਉਹ ਪਿੰਡ ਦੇ ਸਰਪੰਚ ਜਦੋਂ ਮਤਾ ਪਾਉਂਦੇ ਸੀ ਤੇ ਰੱਖ ਦਿੰਦੇ ਸੀ। ਉਹ ਸੀ ਉਹਨਾਂ ਨੇ ਕਿਹਾ, ਉਹ ਜਦੋਂ ਬਾਕੀ ਦਾ ਨੇ ਸ਼ੋਰ ਪਾਇਆ ਤੇ ਉਹ ਵੀ ਵਿੱਚ ਆਏ ਵੀ ਸਾਡੀ ਗਰੀਬ ਵਧਾਈ ਜਾਏ। ਮੈਂ ਕਹਿੰਦਾ ਉਹਨਾਂ ਨੂੰ ਵੀ ਪੱਕਿਆ ਕਰ ਦੇਣਾ ਚਾਹੀਦਾ ਸੀ। ਪਰ ਮੈਨੂੰ ਦੱਸਣ ਦਾ ਵੀ ਨਾ ਤੇ ਇਹਨਾਂ ਦਾ ਕੋਈ ਪੇ ਸਕੇਲ ਆ ਵੀ ਵਧੂਗਾ, ਅਗਲੇ ਸਾਲ ਇਹਨਾਂ ਦਾ ਪੇ ਸਕੇਲ ਕੋਈ ਵਧੂਗਾ, ਕਿਉਂ ਸਾਰਾ ਇੱਥੇ ਜਿੱਥੇ ਖਲੋਤੇ ਰਹਿਣੇ ਆ। ਦੱਸਣ ਮੈਨੂੰ ਨਾ, ਇਹ ਕੋਈ ਸਿਰਫ ਸਰਵਿਸ ਦੇ ਰੂਲ ਦੇ ਵਿੱਚ ਇਹਨਾਂ ਨੂੰ ਆਇਆ ਹੈ। ਮੈਂ ਗੱਲ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ, ਬਿਲਕੁਲ ਨਹੀਂ ਆਇਆ। ਕੋਈ ਮਹਿੰਗਾਈ ਭੱਤਾ ਇਹਨਾਂ ਨੂੰ ਅਲਾਊਂਸ ਮਿਲੂਗਾ? ਬਿਲਕੁਲ ਨਹੀਂ ਮਿਲੂਗਾ। ਕੋਈ ਹੋਰ ਭੱਤਾ ਨਹੀਂ ਮਿਲੂਗਾ, ਬਿਲਕੁਲ ਨਹੀਂ। ਨਾ ਇਹਨਾਂ ਨੂੰ ਮੈਡੀਕਲ ਅਲਾਊਂਸ ਮਿਲੂਗਾ, ਨਾ ਇਹਨਾਂ ਨੂੰ ਮੋਬਾਈਲ ਅਲਾਊਂਸ ਮਿਲੂਗਾ, ਨਾ ਇਹਨਾਂ ਨੂੰ ਪੈਨਸ਼ਨ ਮਿਲੂਗੀ। ਕਿਉਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਅੱਖਾਂ ਜਿਹਨਾਂ ਨੇ ਘੱਟਾ ਪਾਇਆ? ਨੋ ਡਾਊਟ ਮੈਂ ਵੀ ਗੱਲ ਮੰਨਦਾ, ਮੈਂ ਤੁਹਾਨੂੰ ਪਹਿਲੇ ਅਸਾਈਨਮੈਂਟ ਵੀ ਆਖਿਆ ਵੀ ਐਪਰੀਸ਼ੀਏਟ ਆ ਵੀ ਚਲੋ ਘੱਟੋ ਘੱਟ ਤਨਖਾਹਾਂ ਤੇ ਵਧੀਆਂ। ਉਹ ਸਾਡੀ ਵਾਰੀ ਅਸੀਂ 32,000 ਪੱਕੇ ਕੀਤੇ ਸੀ, ਉਹਨਾਂ ਦੀ ਵਧੀਆ ਸੀ। ਪਰ ਇਹਨਾਂ ਵਾਂਗੂ ਅਸੀਂ ਮਸ਼ਹੂਰੀਆਂ ਨਹੀਂ ਨਾ ਕਰਦੇ, ਬੋਰਡ ਪਿੰਡ ਹਰ ਭਾਵੇਂ ਯੋਗਾ ਕਰਕੇ 5 ਮਿੰਟਾਂ 'ਚ ਉੱਠ ਜਾਂਦੇ ਸਾਰੇ ਪੰਜਾਬ 'ਚ। ਇਹਨਾਂ ਨੇ ਬੋਰਡ ਲਵਾ ਲਏ। ਤੁਸੀਂ ਅੱਜ ਮੇਰੀ ਫੇਰ ਗੱਲ ਵੇਖ ਲੈ, ਸਾਰੇ ਪੰਜਾਬ 'ਚ ਬੋਰਡ ਲੱਗ ਜਾਣੇ ਆ। ਮੈਂ ਪੰਜਾਬ ਦੇ ਟੀਚਰਾਂ ਦੇ ਹੱਕਾਂ ਵਿੱਚ ਖਲੋਤਾ। ਨਹੀਂ ਸੰਤ ਸਾਹਿਬ, ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆ ਰਹੀ। ਪਤਾ ਨਹੀਂ ਗੱਲ ਇਹ ਹੈ ਵੀ ਮੇਰਾ ਦਿਮਾਗ ਸੁੱਤਾ ਪਿਆ ਜਾਂ ਮੈਂ ਸੁੱਤਾ ਪਿਆ, ਮੈਨੂੰ ਸਮਝ ਨਹੀਂ ਆ ਰਹੀ ਗੱਲ ਵੀ ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਵੀ ਇਹ ਪੱਕੇ ਨਹੀਂ ਹੋਏ, ਇਹ ਕਹਿਣਾ ਚਾਹ ਰਹੇ ਹੋ?
ਬਿਲਕੁਲ ਇੱਕ ਹਰਫ ਚ ਕਹਿਣਾ ਚਾਹ ਰਿਹਾ ਵੀ ਇਹ ਪੱਕੇ ਨਹੀਂ ਹੋਏ। ਪੱਕਾ ਬਸ ਮੈਂ ਤੁਹਾਨੂੰ ਹੁਣ ਛੇ ਚੀਜ਼ਾਂ ਗਿਣਾਤੀਆਂ। ਠੀਕ ਹੈ, ਮੈਂ ਸਮਝ ਗਿਆ। ਹੁਣ ਅਗਲਾ ਕੰਮ ਡੈਫਾਮੇਸ਼ਨ ਪਾਓ ਮੁੱਖ ਮੰਤਰੀ ਤੇ ਸਵੇਰੇ ਅਸੀਂ ਤੁਹਾਡੀ ਖਬਰ ਦਿਖਾਵਾਂਗੇ, ਕਵਰ ਕਰਾਂਗੇ। ਮੁੱਖ ਮੰਤਰੀ ਨੂੰ ਅਦਾਲਤ 'ਚ ਘੜੀਸੋ ਕਿ ਇਹਨੇ ਲੋਕਾਂ ਨਾਲ ਦਗਾ ਕਮਾਇਆ, ਨੇ ਝੂਠ ਬੋਲਿਆ। ਬੋਲੋ, ਕਰੋ। ਤੁਹਾਡੀ ਪਾਰਟੀ ਦਾ ਪ੍ਰਧਾਨ ਇਹ ਗੱਲ ਕਰੇਗਾ? ਰਾਜਾ ਵੜਿੰਗ ਜਾਣਗੇ ਅਦਾਲਤ ਦੇ ਵਿੱਚ? ਦੱਸੋ। ਧਾਰੀਵਾਲ ਜੀ ਸੰਧੂ ਸਾਹਿਬ, ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ, ਯਾਦ ਕਰੋ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਵੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਵਿਰੋਧ ਕੇਵਲ ਇਸ ਕਰਕੇ ਕਰਨਾ ਹੁੰਦਾ ਹੈ ਕਿ ਅਸੀਂ ਵਿਰੋਧੀ ਹਾਂ, ਪਰ ਕੋਈ ਗੱਲ ਤਾਂ ਹੁੰਦਾ ਹੈ। ਅੱਜ ਜਦੋਂ ਉਹ ਬੰਦੇ ਜ਼ਾਤੀ ਤੌਰ ਤੇ ਆਪ ਖੁਸ਼ ਨੇ, ਹੁਣ ਅਸੀਂ ਉਹਨਾਂ ਦੇ ਉੱਤੇ ਕਿਵੇਂ ਕਿੰਤੂ ਪਰੰਤੂ ਕਰ ਸਕਦੇ ਹਾਂ? ਜੇ ਤਾਂ ਇਹ ਗੱਲ ਵਾਕਈ ਸੱਚੀ ਹੈ, ਕੋਈ ਇਹਦੇ ਵਾਕਈ ਫੈਕਟ ਹੈ, ਮੈਂ ਕਹਿ ਰਿਹਾ ਕਿ ਡੈਫਾਮੇਸ਼ਨ ਪਾਈ ਜਾਵੇ। ਪਾਰਟੀ ਪ੍ਰੈਜ਼ੀਡੈਂਟ ਪੰਜਾਬ ਜਿਹੜੀ ਯੂਨਿਟ ਹੈ ਕਾਂਗਰਸ ਦੀ, ਉਹ ਕੋਰਟ ਦੇ ਵਿੱਚ ਜਾਣ, ਰਾਜਾ ਵੜਿੰਗ ਜੀ, ਉਹ ਕਹਿਣ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਝੂਠ ਬੋਲਿਆ, ਲੋਕਾਂ ਨਾਲ ਦਗਾ ਕਮਾਇਆ, ਇਹਨਾਂ ਨੂੰ ਗੱਦੀ ਤੋਂ ਲਾਹ ਦਿੱਤਾ ਜਾਵੇ। ਤੁਸੀਂ ਇਹਨਾਂ ਦੇ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਇਹਨਾਂ ਦੇ ਆਫੀਸ਼ੀਅਲ ਸਾਈਟ ਤੇ ਜਾ ਕੇ ਦੇਖ ਲਓ ਕਿ ਇਹ ਸਾਰੀ ਚੀਜ਼ਾਂ ਹੈਗੀਆਂ। ਤੁਸੀਂ ਸਰ ਮੇਰੀ ਗੱਲ ਸੁਣੋ, ਨਰਿੰਦਰ ਸੰਧੂ ਜੀ, ਜਰਨਲਿਸਟ ਦਾ ਕੰਮ ਹੈ ਰਿਪੋਰਟ ਕਰਨਾ, ਉਹਨਾਂ ਨੂੰ ਦੇਣਾ। ਪੋਲੀਟੀਕਲ ਪਾਰਟੀਆਂ ਜਿਹੜੀ ਕਿ ਸਮਾਜ ਸੇਵਾ ਦੇ ਨਾਂ ਦੇ ਉੱਤੇ ਕੰਮ ਕਰਦੀਆਂ ਨੇ, ਜਿਹੜੀ ਓਪੋਜੀਸ਼ਨ ਪਾਰਟੀ ਜਿਨ੍ਹਾਂ ਦੇ ਹੱਥ ਪਹਿਰੇਦਾਰੀ ਜਿਹੜੀ ਡਾਂਗ ਹੁੰਦੀ ਹੈ, ਇਹ ਕੰਮ ਤੁਹਾਡਾ ਕਿ ਇਹ ਕੰਮ ਮੇਰਾ? ਧਾਰੀਵਾਲ ਜੀ, ਜੋ ਸਾਡਾ ਕੰਮ ਅਸੀਂ ਕਰਾਂਗੇ। ਨਹੀਂ, ਉਹੀ ਗੱਲ ਹੈ ਨਾ, ਕਰਾਂਗੇ। ਤੁਸੀਂ ਕਿਹੜਾ ਸਰਕਾਰ ਨਾਲੋਂ ਘੱਟ ਹੋ? ਜਿਵੇਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਅਸੀਂ ਕਰਾਂਗੇ, ਅਸੀਂ ਵੇਖਾਂਗੇ, ਤੁਸੀਂ ਵੀ ਹਲੇ ਕਰੀ ਜਾਓਗੇ, ਕਰਾਂਗੇ। ਚਲੋ ਖੈਰ, ਕੋਈ ਗੱਲ ਨਹੀਂ। ਸੰਧਾਵਾਲੀਆ ਜੀ, ਇਹ ਗੱਲ ਵਾਕਈ ਸੱਚੀ ਹੈ। ਇੱਕ ਮਿੰਟ ਮੈਂ ਅੱਜ ਆਪਣੀ ਡਿਬੇਟ ਤੁਸੀਂ ਨਾ ਇੱਕ ਵੱਖਰੇ ਕਿਸਮ ਦੀ ਕਰ ਲਈ। ਸਟਾਰਟ ਤੋਂ ਹੀ ਆਪਾਂ, ਤੁਸੀਂ, ਮੈਂ ਵੇਖਿਆ ਧਾਰੀਵਾਲ ਜੀ, ਮੈਂ ਤੁਹਾਨੂੰ ਪਤਾ ਤੁਹਾਡੀਆਂ ਡਿਬੇਟਸ ਬੜਾ ਖੁਸ਼ ਹੋ ਕੇ, ਪਰ ਜਦੋਂ ਤੁਸੀਂ ਸਟਾਰਟ ਸ਼ੁਰੂ ਹੀ ਕੀਤੀ ਹੈ ਨਾ, ਉਦੋਂ ਹੀ ਮੈਨੂੰ ਪਤਾ ਲੱਗਿਆ ਵੀ ਅੱਜ ਇਹ ਸਰਕਾਰ ਪੱਖੀ ਡਿਬੇਟ ਚੱਲਣੀ। ਤੁਸੀਂ ਹਰ ਇੱਕ ਜਿੰਨਾ ਵੀ ਕਲਿੱਪ ਵਿਖਾਇਆ ਉਹ ਸਰਕਾਰ ਦੇ ਸਾਰਾ ਹੱਕ ਤੇ ਵਿਖਾਇਆ। ਤੁਸੀਂ ਕਈ ਟੀਚਰਾਂ ਨੂੰ ਅੱਜ ਪੁੱਛ ਕੇ ਜਾ ਕੇ ਤੁਸੀਂ ਪੁੱਛੋ, ਜਿਹੜੇ ਕਹਿੰਦੇ ਅਸੀਂ ਨਹੀਂ ਕੁਝ ਤੁਹਾਨੂੰ ਨਹੀਂ, ਉਹਨਾਂ ਦੀ ਤੁਸੀਂ ਇੱਕ ਵੀ ਇੰਟਰਵਿਊ ਕਿਸੇ ਦੇ ਕਲਿੱਪ ਵਿਖਾਇਆ ਨਹੀਂ ਵਿਖਾਇਆ। ਚਲੋ ਠੀਕ ਹੈ, ਤੁਹਾਡਾ ਚੈਨਲ, ਮੈਂ ਤਾਂ ਕੋਈ ਕਿੰਤੂ ਦੇਖੋ ਸੰਧੂ ਸਾਹਿਬ ਇੱਕ ਗੱਲ ਹੈ। ਹੁਣ ਜੇ ਨਾ ਮੈਂ ਕਿਸੇ ਨੂੰ ਵੀ ਫੋਨ ਲਾਇਆ, ਮੈਂ ਚੱਲਦੀ ਡਿਬੇਟ ਦੇ ਵਿੱਚ ਫੋਨ ਲਾਉਂਗਾ, ਮੇਰੀ ਕੋਈ ਗੱਲ ਤਾਂ ਨਹੀਂ ਹੋਈ ਕਿਸੇ ਨਾਲ, ਤੁਹਾਡੇ ਨਾਲ ਡਿਬੇਟ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਰੈਂਡਮਲੀ ਪੁੱਛ ਲੈਂਦੇ ਆ ਵੀ ਭਾਈ ਵਾਕਿਆ ਹੀ ਜੋ ਸੰਧੂ ਸਾਹਿਬ ਕਹਿ ਰਹੇ ਗੱਲ ਸੱਚੀ ਆ, ਲਾਈਏ ਆਪਾਂ ਫੋਨ। ਧਾਰੀਵਾਲ ਸਾਹਿਬ, ਫਿਰ ਗੱਲ ਅੱਜ ਫਿਰ ਮੈਂ ਵੀ ਚੱਲਦੀ ਡਿਬੇਟ ਚ ਟੀਚਰ ਨੂੰ ਫੋਨ ਲਾ ਲੈਣਾ, ਦੇਖ ਜਾਊਂਗੇ, ਲਾ ਕੇ ਤੁਹਾਨੂੰ ਸਪੀਕਰ ਮੇਰਾ ਨੰਬਰ ਇਹਦੇ ਵਿੱਚ ਆ, ਮੈਨੂੰ ਕੱਢਣਾ ਪੈਣਾ 2 ਮਿੰਟ ਚ, ਮੈਂ ਤੁਹਾਨੂੰ ਕੱਢ ਕੇ ਲਾਉਣਾ, ਤੁਸੀਂ ਪੁੱਛ ਲਓ। ਮੈਂ ਪੁੱਛ ਕੇ ਤੁਹਾਨੂੰ ਗੱਲ ਕਰ ਰਿਹਾ। ਮੈਂ ਦੇਖੋ ਧਾਰੀਵਾਲ ਜੀ, ਮੈਂ ਸਾਰੇ ਬੁਲਾਰਿਆਂ ਦਾ ਸਤਿਕਾਰ ਕਰਦਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਮੈਂ ਜਿਹੜੀ ਗੱਲ ਪੁੱਛੀ ਆ, ਵੇਖੀ ਆ, ਫਿਰ ਇਹ ਤੁਸੀਂ, ਮੈਂ ਤੇ ਤੁਹਾਨੂੰ ਕਹਿ ਰਿਹਾ, ਕੱਚੇ ਦਾ ਯੂਨੀਅਨ ਦੇ ਤੁਸੀਂ ਗਰੁੱਪ ਜਾ ਕੇ ਵੇਖ ਲਓ, ਕੀ ਬੋਲ ਰਹੇ ਲੋਕ। ਇਹਦੇ ਸਾਡਾ ਦਗਾ ਹੋਇਆ, ਸਾਡਾ ਇਹ ਤਨਖਾਹ ਜ਼ਰੂਰ ਵਧਾਈ ਗਈ। ਮੈਂ ਤੁਹਾਨੂੰ ਗੱਲ ਦੱਸਦਾ ਸਰ, ਮੈਂ ਇੱਕ ਗੱਲ ਦੱਸਦਾ, ਮੇਰੀ ਗੱਲ ਸੁਣੋ। ਮੈਂ ਤਿੰਨ ਬੰਦੇ ਜਿਹੜੇ ਜਾਣਦਾ ਇਹਨਾਂ ਦੀ ਜਥੇਬੰਦੀ ਦੇ, ਜਿਹੜੇ ਕਿ ਚੀਫ ਸੈਕਟਰੀ, ਐਜੂਕੇਸ਼ਨ ਸੈਕਟਰੀ, ਪ੍ਰਿੰਸੀਪਲ ਸੈਕਟਰੀ ਔਰ ਮਨਪ੍ਰੀਤ ਬਾਦਲ FM ਤੇ ਚੀਫ ਮਿਨਿਸਟਰ, ਉਹਨਾਂ ਦੀ ਹਾਜ਼ਰੀ ਦੇ ਵਿੱਚ ਸੈਕਟਰੀਏਟ ਦੇ ਵਿੱਚ ਮੀਟਿੰਗ ਕਰਦੇ ਰਹੇ ਆ। ਹੁਣ ਆਪਾਂ ਲੀਡਰ ਦੀ ਗੱਲ ਸੁਣਾਂਗੇ ਨਾ, ਮੇਰੀ ਗੱਲ ਤਾਂ ਸੁਣੋ। ਔਰ ਇਹਨਾਂ ਦੇ ਵਿੱਚ ਇੱਕ ਵਾਰੀ ਫੈਸਲਾ ਹੋਇਆ ਸੀਗਾ ਕਿ 7000 ਪੱਕੇ ਕਰਨੇ ਆ, ਤਾਂ ਇਹਨਾਂ ਨੇ ਉਹ ਫੈਸਲਾ ਲੈਣ ਤੋਂ ਅਧੂਰਾ ਕਰ ਲਿਆ ਸੀਗਾ। ਤੁਹਾਡੀ ਸਰਕਾਰ ਦੇ ਟਾਈਮ ਹੋਇਆ ਸੀ, ਇਹ ਕਹਿੰਦੇ ਨਹੀਂ, ਸਾਡੀ ਯੂਨੀਅਨ ਤੋੜਨ ਦੇ ਯਤਨ ਹੈ, ਸਾਰਾ ਕੁਝ ਹੈ, ਸਾਡੇ ਕਰਨੇ ਆ ਤਾਂ ਇੱਕੋ ਕਿਸ਼ਤ ਦੇ ਵਿੱਚ ਕਰੋ। ਹੁਣ ਜਾਂ ਤਾਂ ਹੋਵੇ ਆਪਾਂ ਉਹ ਲੀਡਰ ਜਿਹੜੇ ਹੈ ਉਹਨਾਂ ਲੀਡਰ ਨੂੰ ਪੁੱਛ ਲੈਂਦੇ ਆ, ਜਾਂ ਜਿਹੜੇ ਇਹਨਾਂ ਦੇ ਆਗੂ ਹੈ, ਜਿਹੜੇ ਉਹ ਬੈਠਕਾਂ ਕਰਦੇ ਰਹੇ ਆ, ਸੇਮ ਭਗਵੰਤ ਗਵਰਨਮੈਂਟ ਦੇ ਵਿੱਚ, ਆਪ ਗਵਰਨਮੈਂਟ ਦੇ ਵਿੱਚ, ਜਾਂ ਤੁਹਾਡੀ ਗਵਰਨਮੈਂਟ ਦੇ ਵਿੱਚ, ਜਾਂ ਚੰਨੀ ਰਜੀਮ ਦੇ ਦੌਰਾਨ ਕਰਦੇ ਰਹੇ ਆ, ਆਪਾਂ ਉਹਨਾਂ ਨੂੰ ਲਾ ਕੇ ਪੁੱਛ ਲੈਂਦੇ ਆ। ਵਾਕਈ ਗੱਲ ਸਹੀ। ਧਾਰੀਵਾਲ ਜੀ, ਇਸ ਤਰ੍ਹਾਂ ਹੈ, ਇਸ ਤਰ੍ਹਾਂ ਨੇ ਆਪਾਂ ਬਹਿਸ ਨਾਲ, ਚਲੋ ਮੈਂ ਗੱਲ ਮੁੱਕ ਗਈ, ਆਪਾਂ ਬਹਿਸ ਨਹੀਂ, ਆਪਾਂ ਡਿਬੇਟ ਦਾ ਐਂਡ ਹੀ ਕਰ ਦਿੰਦੇ ਆ। ਮੈਂ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਪੱਕੇ ਕਰ। ਹੁਣ ਠੀਕ ਹੈ, ਹੁਣ ਤੁਸੀਂ ਚਾਹੁੰਦੇ ਜੀ ਤੁਸੀਂ ਸੰਧੂ ਸਾਹਿਬ ਨਹੀਂ ਗੱਲ ਮੇਰੇ ਹਜਮ ਨਹੀਂ ਹੋਣੀ। ਸੰਧੂ ਸਾਹਿਬ ਮੇਰੀ ਗੱਲ ਸੁਣੋ। ਨਹੀਂ ਸੰਧੂ ਸਾਹਿਬ, ਗੱਲ ਇਹ ਹੈ, ਢਾਬੇ ਤੇ ਰੋਟੀ ਖਾਧੀ ਹੈ, ਜੇ ਮੁਫਤ ਦੀ ਖਾ ਕੇ ਚਲੇ ਗਏ ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰਾ ਤਾਂ ਸੁਭਾਅ ਉਹ ਆ, ਮੈਂ ਤੁਹਾਨੂੰ ਗੱਲ ਦੱਸਾਂ। ਨਹੀਂ ਸੰਧੂ ਸਾਹਿਬ, ਗੱਲ ਇਹ ਆ, ਤੁਹਾਡਾ ਇਹ ਲਾਂਭਾ ਹੈ, ਤੁਹਾਡੀ ਇਹ ਗੱਲ ਹੈ, ਤੁਹਾਡਾ ਮਲਾਲ ਹੈ। ਓਪੋਜੀਸ਼ਨ ਪਾਰਟੀ ਕਿਹਦੀ ਹੈ? ਤੁਹਾਡੀ ਹੈ ਨਾ? ਸਾਡੀ ਹੈ ਜੀ। ਤੁਹਾਡੀ ਹੈ ਨਾ? ਓਪੋਜੀਸ਼ਨ ਲੀਡਰ ਪ੍ਰਤਾਪ ਬਾਜਵਾ ਨੇ, ਸਰਕਾਰੀ ਕੋਠੀ ਆ ਉਹਨਾਂ ਕੋਲੇ, ਠੀਕ ਹੈ, ਕੈਬਨਿਟ ਰੈਂਕ ਹੈ। ਮੈਂ ਕਹਿ ਰਿਹਾ ਵੀ ਜਿਹੜੀ ਤੁਹਾਡੀ ਗੱਲ ਆ, ਇੱਕ ਦਲੀਲ ਨਾ ਹੋਣੀ ਚਾਹੀਦੀ ਆ। ਔਰ ਜੇ ਵਾਕਈ ਇਹ ਗੱਲ ਹੈ, ਮੈਂ ਕਹਿੰਦਾ ਆਪਾਂ ਕਦਮ ਲਈਏ। ਮੇਰੇ ਕਿਹੜਾ ਇਹ ਨਾਨਕਿਆਂ ਤੋਂ ਨੇ, ਜਾਂ ਮੇਰੇ ਕਿਹੜਾ ਮਾਸੀ ਦੇ ਲੱਗਦੇ ਆ ਵੀ ਮੈਂ ਇਹਨਾਂ ਦਾ ਕੋਈ ਪੱਖ ਪੂਰਨਾ?
ਸਾਡਾ ਤਾਂ ਉਹ ਹਿਸਾਬ ਆ ਸੰਧੂ ਸਾਹਿਬ, ਤੁਸੀਂ ਮੈਨੂੰ ਬਹੁਤ ਚਿਰ ਤੋਂ ਜਾਣਦੇ ਹੋ, ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ, ਕਹਿੰਦਾ ਚਲ ਇਹ ਵੀ ਲੈ ਗਿਆ ਮੋਢਿਓਂ ਭਾਰ, ਮੈਨੂੰ ਕੋਈ ਪਰਵਾਹ ਨਹੀਂ ਹੈਗੀ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਪਰ ਮੈਂ ਤੁਹਾਨੂੰ ਮੈਂ ਇੱਕ ਗੱਲ ਕਹਿ ਰਿਹਾ ਵੀ ਜਿਹੜੀ ਗੱਲ ਹੈ ਹੀ ਹੈ, ਮੈਂ ਜਿਹੜੀ ਮੈਂ ਕਹਿ ਰਿਹਾ ਜਿਹੜੀ ਗੱਲ, ਚਲੋ ਆਪਾਂ ਇਸ ਬਹਿਸ ਨੂੰ ਮੁਕਾਈਏ। ਵੇਖੋ ਤੁਹਾਨੂੰ ਮੈਂ ਦੱਸਦਾ ਨਾ, ਨਹੀਂ ਮੁਕਾਉਣਾ ਨਹੀਂ, ਪਰ ਜੇ ਮੈਂ ਫਿਰ ਉਹੀ ਗੱਲ ਕਹਿ ਰਿਹਾ, ਜੇ ਕਿਸੇ ਨਾਲ ਠੱਗੀ ਹੋਈ ਆ ਆਪਾਂ ਜੱਗ ਜ਼ਾਹਰ ਕਰੀਏ। ਹਾਂ, ਕਿਉਂਕਿ ਤੁਸੀਂ ਜਿਹੜੀ ਗੱਲ ਕਹੀ ਵਾਜਬ ਆ। ਅੱਜ ਫੈਸਲਾ ਸਰਕਾਰ ਨੇ ਲਿਆ ਤੇ ਅੱਜ ਹੀ ਆਪਾਂ ਡਿਬੇਟ ਤੇ ਵੈਰੀ ਫਸਟ ਡਿਬੇਟ ਕੀਤੀ, ਤੋਂ ਬਾਅਦ 3 ਕਰਨੀ ਬਣੇਗੀ, 4 ਕਰਨੀ ਬਣੇ। ਜਦੋਂ ਇਹ ਗੱਲ ਸਾਰੀ ਸਾਡੇ ਕਾਂਗਰਸ ਦੇ ਵਿੱਚ ਹੋਊਗੀ, ਆਪਾਂ ਇਹਦੀ ਕੋਕ ਚੰਗੀ ਤਰ੍ਹਾਂ ਕਰਾਂਗੇ, ਫਿਰ ਸਾਰੀ ਗੱਲ ਤੁਸੀਂ ਜੋ ਕਹੀ ਅਸੀਂ ਕਰਾਂਗੇ। ਪਰ ਗੱਲ ਤੇ ਆਪਾਂ ਕੇਸ ਪਾਉਣੇ, ਇਹ ਸਾਡੇ ਕਾਂਗਰਸ ਦੀ ਫਿਤਰਤ ਨਹੀਂ ਹੈਗੀ। ਠੀਕ ਹੈ, ਜੇ ਕਿਸੇ ਨਾਲ ਧੱਕਾ ਹੋਇਆ ਦੀ ਨਾਲ ਖਲੋਵਾਂਗੇ ਅਸੀਂ, ਔਰ ਮੈਨੂੰ ਕਹਿਣ ਦੀ ਲੋੜ ਨਹੀਂ। ਚਲੋ ਸੰਧੂ ਸਾਹਿਬ ਕੋਈ ਗੱਲ ਨਹੀਂ, ਇਹ ਨਾ ਚਲੋ ਜਿਵੇਂ ਤੁਸੀਂ ਕਹਿ ਰਹੇ ਆਪਾਂ ਉਵੇਂ ਕਰ ਲੈਂਦੇ ਆ, ਪਰ ਨਾ ਗੱਲ ਇਹ ਹੁੰਦੀ ਆ ਵੀ ਨਾ ਇੱਕ ਪੰਜਾਬੀ ਦੀ ਬੜੀ ਸੋਹਣੀ ਅਖਾਣ ਹੈ, ਉਹ ਕਿਸੇ ਨੇ ਨਾਲੇ ਮਿੱਠਾ ਜਿਹਾ ਨਹੋਰਾ ਮਾਰਿਆ ਤੇ ਨਾਲੇ ਗੱਲ ਕਹਿਤੀ ਵੀ ਉਦੋਂ ਕਿਉਂ ਨਾ ਆਇਆ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ। ਹੁਣ ਇਹਨਾਂ ਨੂੰ ਤਾਂ ਉਹ ਗੱਲ ਲੱਗ ਰਹੀ ਹੈ ਵੀ ਜਿਨ੍ਹਾਂ ਨੇ ਆ ਕੇ ਕਰਤਾ ਵੀ ਹੁਣ ਇਹਨਾਂ ਨੂੰ ਉਹ ਸਰੋਂ ਦਾ ਫੁੱਲ ਲੱਗ ਰਿਹਾ। ਠੀਕ ਹੈ ਮੈਡਮ ਸੰਧਾਵਾਲੀਆ ਜੀ, ਮੈਂ ਇਹ ਗੱਲ ਕਹਿ ਰਿਹਾ ਵੀ ਜੇ ਸੰਧੂ ਸਾਹਿਬ ਠੀਕ ਕਹਿ ਰਹੇ ਆ, ਜੇ ਮੇਰੇ ਗੱਲ ਢਾਕ ਤੇ ਨਹੀਂ ਚੜਦੀ, ਮੈਨੂੰ ਸਮਝ ਨਹੀਂ ਪੈ ਰਹੀ ਹੈਗੀ, ਤਾਂ ਕਿਉਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਵੀ ਸਰਕਾਰ ਦਾ ਚਿਹਰਾ ਬੇਨਕਾਬ ਨਹੀਂ ਕਰਨਾ ਚਾਹੀਦਾ? ਦੇਖੋ, ਵਿਰੋਧੀ ਪਾਰਟੀਆਂ ਦਾ ਇੱਕ ਬੜਾ ਕਨਸਟੀਟਿਊਸ਼ਨ 'ਚ ਰੋਲ ਹੁੰਦਾ ਹੈ ਕਿ ਅਸੀਂ ਵਿਰੋਧ ਕਰੀਏ ਜਦੋਂ ਅਸੀਂ ਸੋਚਦੇ ਹਾਂ ਕਿ ਇਹ ਲੋਕਾਂ ਦੇ ਨਾਲ ਧਰੋ ਹੋ ਰਿਹਾ ਹੈ, ਜਾਂ ਜਿਵੇਂ ਸੰਧੂ ਸਾਹਿਬ ਕਹਿ ਰਹੇ ਨੇ ਕਿ ਨਹੀਂ ਜੀ ਇਹ ਠੱਗੀ ਕੀਤੀ ਗਈ ਹੈ। ਇਹਨਾਂ ਨੂੰ ਪੂਰਾ ਹੱਕ ਹੈ, ਤੁਸੀਂ ਜਿਵੇਂ ਇਹਨਾਂ ਨੂੰ ਸੁਜੈਸਟ ਕੀਤਾ ਕਿ ਡੈਫੇਮੇਸ਼ਨ ਦਾ ਕੇਸ ਪਾਉਣ ਚੀਫ ਮਿਨਿਸਟਰ ਦੇ ਖਿਲਾਫ, ਪਰ ਵਿਰੋਧੀ ਪਾਰਟੀਆਂ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਅਸੀਂ ਐਵੇਂ ਕਮਲਿਆਂ ਵਾਂਗਰ ਵਿਰੋਧ ਕਰੀ ਜਾਈਏ ਜੇ ਕੋਈ ਸਟੇਟ ਲਈ ਕੋਈ ਚੰਗਾ ਕੰਮ ਵੀ ਹੋ ਰਿਹਾ ਹੈ। ਇੱਕ ਬੜਾ ਰਿਸਪੌਂਸਿਬਲ ਰੋਲ ਆਪੋਜੀਸ਼ਨ ਨੂੰ ਪਲੇ ਕਰਨਾ ਚਾਹੀਦਾ ਹੈ, ਔਰ ਜਮਹੂਰੀਅਤ ਔਰ ਉਹ ਮੁਲਕ ਤਰੱਕੀ ਕਰਦੇ ਨੇ ਜਿਨ੍ਹਾਂ ਦੇ ਵਿੱਚ ਵਿਰੋਧੀ ਪਾਰਟੀਆਂ ਬੜੀ ਰਿਸਪੌਂਸਿਬਲੀ ਆਪਣਾ ਡਿਸੀਜਨ ਲੈਂਦੀਆਂ ਨੇ, ਔਰ ਵਿਰੋਧ ਵੀ ਠੀਕ ਥਾਂ ਤੇ ਠੀਕ ਵਕਤ ਤੇ ਠੀਕ ਤਰੀਕੇ ਨਾਲ ਕਰਦੀਆਂ ਨੇ। ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਬਿਹਤਰੀ ਹੋਵੇ, ਤੇ ਜਿਸ ਵੇਲੇ ਵੀ ਪੰਜਾਬ ਦੀ ਬਿਹਤਰੀ ਲਈ ਕੋਈ ਕੰਮ ਕੋਈ ਵਿਰੋਧੀ ਪਾਰਟੀ ਵੀ ਕਰਦੀ ਹੈ ਤੇ ਸਾਨੂੰ ਉਹਨੂੰ ਜ਼ਰੂਰ ਅਪਰੀਸ਼ੀਏਟ ਕਰਨਾ ਚਾਹੀਦਾ ਹੈ। ਸਾਡਾ ਪਹਿਲਾ ਮੁਖੀ ਐਟੀਟਿਊਡ ਹੋਣਾ ਚਾਹੀਦਾ ਹੈ ਕਿ ਅਸੀਂ ਉਹਨੂੰ ਅਪਰੀਸ਼ੀਏਟ ਕਰੀਏ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬੜੀ ਹੀ ਅੱਛੀ ਗੱਲ ਹੈ ਕਿ ਇੰਨੀ ਮਹਿੰਗਾਈ ਦੇ ਵਕਤ ਦੇ ਵਿੱਚ ਜਦੋਂ ਟੀਚਰਸ ਦੀਆਂ ਤਨਖਾਹਾਂ, ਜਿਵੇਂ ਐਕਸ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸਨ, ਮੈਂ ਤੁਹਾਡੀ ਕਲਿੱਪ 'ਚ ਵੇਖਿਆ ਕਿ ਜੀ ਜਿਹੜਾ ਮਾਲੀ ਹੁੰਦਾ ਹੈ ਉਹਨੂੰ 10,000 ਰੁਪਇਆ ਮਿਲਦਾ ਹੈ ਤੇ ਇੱਥੇ ਟੀਚਰਸ ਨੂੰ 10,000 ਰੁਪਇਆ ਮਿਲ ਰਿਹਾ। ਪਰ ਅਸੀਂ ਸਾਰੇ ਜਾਣੇ ਭੁੱਲ ਜਾਂਦੇ ਹਾਂ ਜਦੋਂ ਅਸੀਂ ਚੀਫ ਮਿਨਿਸਟਰ ਬਣਦੇ ਹਾਂ, ਜਦੋਂ ਇਹ ਫਾਈਨੈਂਸ ਮਿਨਿਸਟਰ ਬਣਦੇ ਹਾਂ, ਪਤਾ ਨਹੀਂ ਕੀ ਹੋ ਜਾਂਦਾ ਹੈ ਸਾਨੂੰ। ਜਦੋਂ ਅਸੀਂ ਆਪੋਜੀਸ਼ਨ 'ਚ ਹੁੰਦੇ ਹਾਂ ਉਦੋਂ ਅਸੀਂ ਗੱਲਾਂ ਹੋਰ ਕਰਨੇ ਆ, ਜਦੋਂ ਅਸੀਂ ਪਾਰ 'ਚ ਹੁੰਦੇ ਹਾਂ ਉਦੋਂ ਅਸੀਂ ਪੰਜਾਬ ਬਾਰੇ ਅਸੀਂ ਗੱਲ ਭੁੱਲ ਜਾਂਦੇ ਹਾਂ। ਸਾਨੂੰ ਅੱਜ ਐਜ਼ ਰਿਸਪੌਂਸਿਬਲ ਆਪੋਜੀਸ਼ਨ ਕਹਿਣਾ ਚਾਹੀਦਾ ਹੈ ਕਿ ਜੀ ਬੜੀ ਚੰਗੀ ਗੱਲ ਹੈ ਜੀ, ਬੜੀ ਚੰਗੀ ਗੱਲ ਹੈ ਕਿ ਮਾਨ ਸਾਹਿਬ ਨੇ ਇਹ ਸੋਚਿਆ ਕਿ ਤਨਖਾਹਾਂ ਜਿਹੜੀਆਂ ਨੇ ਬੱਚਿਆਂ ਦੀਆਂ ਜਾਂ ਟੀਚਰਸ ਦੀਆਂ ਵਧਾਉਣੀਆਂ ਚਾਹੀਦੀਆਂ ਨੇ, ਔਰ ਜਿਹੜਾ ਅੱਗੇ ਕਲੌਜ਼ ਸੀ ਕਿ ਉਹਨਾਂ ਨੂੰ 1 ਮਹੀਨੇ ਬਾਅਦ ਫਾਰਗ ਕਰ ਦਿੱਤਾ ਜਾਏਗਾ, ਹੁਣ ਉਹ 58 ਸਾਲ ਦੀ ਉਮਰ ਤੱਕ ਉਹ ਬੜੇ ਚੈਨ ਦੇ ਨਾਲ ਆਪਣੀ ਨੌਕਰੀ ਕਰ ਸਕਦੇ ਨੇ। ਪਰ ਹਾਂ, ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਕਈ ਹੋਰ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਜੇ ਪੱਕੇ ਕੀਤੇ ਗਏ ਨੇ, ਉਹ ਨਹੀਂ ਮਿਲ ਰਹੀਆਂ, ਉਹਦੇ ਉੱਤੇ ਡਿਬੇਟ ਹੋਣਾ ਚਾਹੀਦਾ। ਠੀਕ ਹੈ ਅਰੋੜਾ ਸਾਹਿਬ, ਗੱਲ ਇਹ ਆ ਵੀ ਇਹ ਕੱਚਿਆਂ ਤੋਂ ਪੱਕੇ ਕਹਿ ਕੇ ਸੁਰਖਰੂ ਨਹੀਂ ਹੋ ਸਕਦੇ। ਇਸ ਗੱਲ ਨੂੰ ਤੁਹਾਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਚਾਹੇ ਤਾਂ ਉਹਨਾਂ ਨੂੰ NPS ਦੇ ਅੰਡਰ ਲੈ ਕੇ ਆਓ, ਚਾਹੇ ਉਹਨਾਂ ਨੂੰ ਜਿਹੜੀ 올ਡ ਪੈਨਸ਼ਨ ਸਕੀਮ ਉਹਦੇ ਵਿੱਚ ਲੈ ਕੇ ਆਓ। ਜੇ ਕੱਚਿਆਂ ਤੋਂ ਪੱਕੇ ਕੀਤੇ ਨੇ, ਮੈਂ ਵੀ ਜੇ ਤੇ ਆ ਗਿਆ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਕਿਉਂਕਿ ਵਿਰੋਧੀ ਧਿਰ ਵੱਡੀ ਹੁੰਦੀ ਹੈ, ਸਰਕਾਰ ਵੱਡੀ ਨਹੀਂ ਹੁੰਦੀ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ। ਇਸ ਕਰਕੇ ਜੇ ਵਾਕਈ ਪੱਕੇ ਕੀਤੇ ਤੇ ਪੱਕੇ ਵਾਲੀਆਂ ਸਾਰੀਆਂ ਸਹੂਲਤਾਂ ਦੇਣਾ ਤੁਹਾਡਾ ਫਰਜ਼ ਹੈ। ਜੇ ਤੁਸੀਂ ਨਹੀਂ ਦਿੱਤਾ ਤੇ ਫਿਰ ਇਹ ਜਿਹੜੀਆਂ ਵੋਟਾਂ ਨੇ ਇਹ ਕਿਸੇ ਹੋਰ ਪਾਸੇ ਭੁਗਤ ਜਾਣਗੀਆਂ, ਫਿਰ ਇਹ ਸਿਆਸੀ ਚਬੂਤਰੇ ਤੇ ਕੋਈ ਹੋਰ ਬੈਠ ਜਾਵੇਗਾ। ਤੇ ਦੂਸਰੀ ਗੱਲ, ਮੈਂ ਇਹ ਵੀ ਨਹੀਂ ਗੱਲ ਕਹਿੰਦਾ, ਸ਼ਾਇਦ ਇਹ ਗੱਲ ਜਿਹੜੀ ਓਪੋਜੀਸ਼ਨ ਪਾਰਟੀਜ਼ ਨੂੰ ਕਰਨੀ ਚਾਹੀਦੀ ਸੀ, ਉਹਨਾਂ ਦੀ ਮੈਂ ਕਰ ਰਿਹਾ। 12,710 ਪੱਕੇ ਕੀਤੇ ਆ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗਾ, ਕੁਝ ਰਹਿ ਗਏ ਆ, ਉਹਨਾਂ ਨੂੰ ਵੀ ਕਰ ਦਿਓ। ਇਸ ਤੋਂ ਵੀ ਅੱਗੇ ਤੁਰਦੇ ਆ, ਬਹੁਤ ਸਾਰੇ ਹੋਰ ਵੀ ਵਾਅਦੇ ਕੀਤੇ ਸੀਗੇ ਪੰਜਾਬ ਦੀਆਂ ਔਰਤਾਂ ਦੇ ਨਾਲ, ਪੰਜਾਬ ਦੇ ਨੌਜਵਾਨਾਂ ਦੇ ਨਾਲ, ਉਹਨਾਂ ਨੂੰ ਵੀ ਪੂਰਾ ਕਰ ਦਿਓ। ਜੇ ਸਾਰਿਆਂ ਨੂੰ ਪੂਰਾ ਕਰ ਦੋਗੇ ਤੇ ਕੱਲ ਨੂੰ ਇਹਨਾਂ ਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਅੰਦਰ ਆਉਣ ਜੋਗੇ ਵੀ ਨਹੀਂ ਛੱਡੋਗੇ।
ਜੇ ਤੁਸੀਂ ਕੰਮ ਕਰਦੇ ਹੋਗੇ ਤੇ ਉਹ ਕੰਮ ਵੀ ਜ਼ਰੂਰ ਕਰਿਓ। ਬਿਲਕੁਲ ਧਾਲੀਵਾਲ ਸਾਹਿਬ, ਬਟ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਿੰਦਾ, ਕਿਉਂਕਿ ਕਈ ਵਾਰੀ ਜਿਵੇਂ ਇੱਥੇ ਕਾਂਗਰਸ ਦੇ ਮੇਰੇ ਵੀਰ ਕਹਿ ਰਹੇ ਸੀਗੇ ਕਿ ਵੀ ਹਾਂਜੀ ਪੈਨਸ਼ਨ ਦੀ ਗੱਲਾਂ ਚੱਲ ਰਹੀਆਂ ਸੀਗੀਆਂ, ਭਾਜਪਾ ਦੇ ਮੇਰੇ ਭੈਣ ਕਹਿ ਰਹੇ ਸੀਗੇ ਕਿ ਵੀ ਪੈਨਸ਼ਨ ਦੀ ਗੱਲ ਕਰ ਰਹੇ ਸੀਗੇ। ਇੱਕ ਗੱਲ ਸਮਝਣ ਵਾਲੀ ਹੈ ਇੱਥੇ ਕਿ ਜਿਹੜੇ ਇਹ ਅਧਿਆਪਕਾਂ ਦਾ ਜਿਹੜੀ ਇੰਪਲੋਇਮੈਂਟ ਹੋਈ ਹੈ ਇਨੀਸ਼ੀਅਲੀ, ਉਹ ਰੈਗੂਲਰ ਦੇ ਬੇਸ ਦੇ ਉੱਪਰ ਬਾਈ ਇਨਵਾਈਟਿੰਗ ਐਪਲੀਕੇਸ਼ਨਸ ਨਹੀਂ ਹੋਈਆਂ। ਐਂਡ ਇਹ ਕਾਂਗਰਸ ਦੇ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਗੱਲ ਕਲੀਅਰ ਕਰਤੀ ਹੈ, ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਇੱਕ ਸੈਪਰੇਟ ਐਕਟ ਬਣਾਉਣਾ ਪਿਆ ਜੀ। ਉਹ ਐਕਟ ਦੇ ਵਿੱਚ ਜੋ ਡਿਊਟੀਜ਼, ਰਿਸਪੌਂਸਿਬਿਲਿਟੀ, ਸੈਲਰੀਜ਼ ਨੇ ਉਹ ਪੰਜਾਬ ਸਿਵਲ ਸਰਵਿਸ ਰੂਲਸ ਤੋਂ ਬਿਲਕੁਲ ਅੱਡ ਨੇ ਜੀ। ਪਰ ਇਹ ਹੁਣ ਜਾਂ ਤਾਂ ਮੇਰੇ ਇੱਥੇ ਬੈਠੇ ਹੋਏ ਭੈਣ ਤੇ ਭਰਾਵਾਂ ਨੂੰ ਸ਼ਾਇਦ ਨਹੀਂ ਪਤਾ, ਪ੍ਰਵਕਤਾਵਾਂ ਨੂੰ, ਜਾਂ ਜੇ ਪਤਾ ਹੈ ਤੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਇਹ ਗੱਲ ਕਲੀਅਰ ਨਹੀਂ ਕਰ ਰਹੇ ਸਿਰਫ। ਐਂਡ ਇੱਥੇ ਇਹੀ ਅੱਜ ਸਿਰਫ ਇਹ ਪੱਕੇ ਹੀ ਨਹੀਂ ਹੋਏ ਹੈ ਜਾਂ ਇਹਨਾਂ ਦੀ ਤਨਖਾਹਾਂ ਹੀ ਨਹੀਂ ਵਧੀਆਂ। ਅੱਜ 5 ਕਰੋੜ ਤੋਂ ਲੈ ਕੇ ਉਸ ਤੋਂ ਕੁਝ ਹੋਰ ਅਮਾਉਂਟ ਤੱਕ ਜ਼ਿਆਦਾ ਤੱਕ ਇੱਕ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ। ਉਹ ਪਾਇਲਟ ਪ੍ਰੋਜੈਕਟ ਦੇ ਤਹਿਤ ਜਿਹੜੇ ਪਿੰਡਾਂ ਦੇ ਬੱਚੇ ਨੇ ਸਕੂਲ 'ਚ ਜਾਣ ਵਾਲੇ, ਉਹਨਾਂ ਵਾਸਤੇ ਐਜ਼ ਅ ਪਾਇਲਟ ਪ੍ਰੋਜੈਕਟ 20,000 ਬੱਚਿਆਂ ਵਾਸਤੇ, 12,000 ਕੁੜੀਆਂ ਤੇ 8,000 ਮੁੰਡਿਆਂ ਵਾਸਤੇ ਬੱਸਾਂ ਦੀ ਸਹੂਲਤਾਂ ਵੀ ਸ਼ੁਰੂ ਹੋਣ ਵਾਲੀਆਂ। ਐਂਡ ਸਿਰਫ ਇਹੀ ਨਹੀਂ, ਇੱਕ ਹੋਰ ਕੁਝ ਗੱਲਾਂ ਜਿਵੇਂ ਹਰਜੋਤ ਬੈਂਸ ਜੀ ਨੇ ਦੱਸੀ, ਬਾਕੀ ਗੱਲਾਂ ਭਗਵੰਤ ਮਾਨ ਜੀ ਨੇ ਵੀ ਜਿਹੜੀਆਂ ਮੈਂ ਦੱਸੀਆਂ ਉਹਨਾਂ ਨੇ ਕਹੀਆਂ ਸੀਗੀਆਂ। ਹਰਜੋਤ ਬੈਂਸ ਜੀ ਨੇ ਇੱਕ ਆਹ ਵੀ ਗੱਲ ਸਾਹਮਣੇ ਲਿਆਈ ਕਿ ਜਿਹੜੇ ਸਕੂਲ ਪੰਜਾਬੀ ਦੇ ਉੱਪਰ ਤਵੱਜੋ ਨਹੀਂ ਦੇ ਰਹੇ ਉਹਨਾਂ ਤੇ ਫਾਈਨ ਵੀ ਹੋਏਗਾ, ਉਹਨਾਂ ਤੇ ਨਕੇਲ ਵੀ ਕੱਸੀ ਜਾਏਗੀ। ਜਿਹੜੇ ਸਕੂਲ ਜਾਂ ਜਿਹੜੇ ਕਾਲਜ ਅਧਿਆਪਕਾਂ ਦੀ ਤਨਖਾਹਾਂ ਦਿਖਾਉਂਦੇ ਆ 40,000 ਪਰ ਉਹਨਾਂ ਦੇ ਹੱਥ 'ਚ ਦਿੰਦੇ ਆ 12,000, ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਏਗਾ। ਪਰ ਇੱਥੇ ਸਮਝਣ ਵਾਲੀ ਗੱਲ ਕੀ ਹੈ ਧਾਲੀਵਾਲ ਸਾਹਿਬ, ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਸਭ ਤੋਂ ਪਹਿਲਾਂ ਆਉਂਦੇ ਸਾਰ ਕਿ ਭਗਵੰਤ ਮਾਨ ਜੀ ਨੇ ਤਾਂ ਸ਼ਾਇਦ ਆਪਣੇ ਵਿਰੋਧੀ ਤਾਂ ਚੁੱਪ ਕਰਾ ਹੀ ਦਿੱਤੇ, ਆਪਣੇ ਸਪੋਕਸਪਰਸਨ ਵੀ ਚੁੱਪ ਕਰਾਤੇ, ਕਿਉਂਕਿ ਉਹਨਾਂ ਨੇ ਕੰਮ ਇੰਨਾ ਕਰਤਾ, ਲੋਕੀ ਦੇਖ ਰਹੇ ਹੈ। ਤੇ ਮੈਂ ਆਪ ਸੋਚ ਰਿਹਾ ਸੀ ਵੀ ਮੈਂ ਬੋਲਾਂ ਕੀ, ਕਿਉਂਕਿ ਕੰਮ ਬੋਲ ਰਿਹਾ ਉਹਨਾਂ ਦਾ। ਪਰ ਮੈਂ ਇੱਥੇ ਇੱਕ ਗੱਲ ਦੱਸਦਾ ਕਿ ਇਹ ਕੰਮ ਪੁਰਾਣੀਆਂ ਸਰਕਾਰਾਂ ਕਿਉਂ ਨਹੀਂ ਕਰ ਸਕੀਆਂ। ਮੇਰੀ ਭੈਣ ਨੇ ਬੜੇ ਸੰਜੀਦਗੀ ਨਾਲ ਇੱਕ ਗੱਲ ਕਹੀ ਕਿ ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ ਨੂੰ ਇਗਨੋਰ ਕੀਤਾ ਗਿਆ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਉਂ ਕੀਤਾ ਗਿਆ। ਅੱਜ ਸੰਧੂ ਸਾਹਿਬ ਸਾਡੇ ਤੇ ਉਂਗਲਾਂ ਚੱਕ ਰਹੇ ਨੇ। ਮੈਂ ਚੈਲੰਜ ਕਰਦਾ ਸੰਧੂ ਸਾਹਿਬ, ਸਰੇਆਮ ਤੁਹਾਨੂੰ, ਤੁਸੀਂ ਐਵੇਂ ਕਰੋ, ਕਾਂਗਰਸ ਦੇ ਜਿੰਨੇ ਵੀ ਸਰਕਾਰ ਵੇਲੇ ਮੰਤਰੀ ਐਮਐਲਏ ਸੀਗੇ, ਤੁਸੀਂ ਉਹਨਾਂ ਦਾ ਲਿਸਟ ਦੇਣ ਦਾ ਮਾਦਾ ਰੱਖੋ ਜਿਨ੍ਹਾਂ ਦੇ ਹਿੱਸੇ ਪ੍ਰਾਈਵੇਟ ਸਕੂਲ, ਕਾਲਜ, ਪ੍ਰਾਈਵੇਟ ਯੂਨੀਵਰਸਿਟੀਆਂ ਸੀਗੇ। ਧਾਲੀਵਾਲ ਸਾਹਿਬ ਸਮਝਣ ਵਾਲੀ ਗੱਲ ਹੈ ਕਿ ਸਰਕਾਰੀ ਸਿੱਖਿਆ ਨੂੰ ਜਾਣ-ਬੂਝ ਕੇ ਇਗਨੋਰ ਕੀਤਾ ਗਿਆ ਤਾਂ ਕਿ ਲੋਕੀ ਡੈਫੀਨਿਟਲੀ ਕੀਤਾ ਪ੍ਰਾਈਵੇਟ ਗਿਆ। ਵੱਲ। ਇਸ ਤੋਂ ਪਹਿਲਾਂ ਕਿ ਸੰਧੂ ਸਾਹਿਬ ਜਵਾਬ ਦੇਣ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਜੀ। ਬਿਲਕੁਲ ਕੀਤਾ ਗਿਆ, ਨੇਸਤ ਨਾਬੂਦ ਕੀਤਾ ਗਿਆ ਔਰ ਲੋਕਾਂ ਦੇ ਉੱਤੇ ਬਹੁਤ ਵੱਡੀ ਠੱਗੀ ਮਾਰੀ ਗਈ। ਮੈਂ ਭੁਗਤ ਭੋਗੀ ਹਾਂ ਔਰ ਮੈਂ ਇਸ ਨੂੰ ਬਹੁਤ ਨੇੜਿਓਂ ਵੇਖਿਆ। ਤੁਹਾਡੇ ਮੰਤਰੀ ਸਾਹਿਬ ਇੱਕ ਵਾਰੀ ਖਫਾ ਹੋ ਗਏ ਸੀ ਮੇਰੀ ਗੱਲ ਤੋਂ, ਮੈਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਾਣੂ ਵੀ ਕਰਵਾਇਆ ਸੀਗਾ। ਅਰੋੜਾ ਸਾਹਿਬ, ਗੱਲ ਇਹ ਆ ਕਿ ਜੋ ਇਹਨਾਂ ਨੇ ਕਰਤਾ, ਜਿਹੜੇ ਇਹਨਾਂ ਨੇ ਕੰਡੇ ਬੀਜ ਤੇ, ਉਹ ਹੁਣ ਤੁਸੀਂ ਚੁਗਣ ਦਾ ਮਾਦਾ ਰੱਖੋਗੇ? 110% ਧਾਲੀਵਾਲ ਸਾਹਿਬ, ਕਮਿੰਗ ਇਵੈਂਟਸ ਕਾਸਟ देयर ਸ਼ੈਡੋਜ਼ ਬਿਫੋਰਹੈਂਡ। ਜੋ ਅੱਗੇ ਹੋਣ ਵਾਲਾ ਹੈ ਨਾ, ਉਹਦਾ ਪਰਛਾਵਾ ਪਹਿਲਾਂ ਦਿਸ ਜਾਂਦਾ ਹੈ। ਜੇ ਸਾਡੀ ਮਨਸ਼ਾ ਦੇ ਵਿੱਚ ਕੋਈ ਕਮੀ ਹੁੰਦੀ ਤੇ ਪ੍ਰਾਈਵੇਟ ਸਕੂਲ ਦੀ ਫੀਸ ਨੂੰ ਗਵਰਨਮੈਂਟ ਰੈਗੂਲੇਟ ਕਰਨ ਦਾ ਮਾਦਾ ਰੱਖੇਗੀ? ਇੱਕੋ ਸਕੂਲ ਹੈ ਜਿਹਦੇ ਵਿੱਚ 75 ਰੁਪਏ ਫੀਸ ਹੈ ਮਹੀਨੇ ਦੀ, ਇੱਕ ਸਕੂਲ ਹੈ ਜਿਹਦੀ 7500 ਰੁਪਏ ਫੀਸ ਹੈ। ਕੀ ਇਹ ਡਿਫਰੈਂਸ ਕਲੀਅਰ ਹੋਏਗਾ? ਇਹ ਕੰਮ ਆਲਰੇਡੀ ਦਿੱਲੀ ਦੇ ਵਿੱਚ ਹੋ ਚੁੱਕਿਆ। ਹਾਲਾਂਕਿ ਨਹੀਂ, ਪੰਜਾਬ ਦੀ ਗੱਲ ਕਰਾਂਗੇ ਅਸੀਂ, ਡਿਬੇਟ ਪੰਜਾਬ ਦੀ ਕਰ ਰਹੇ ਹਾਂ। ਬਿਲਕੁਲ ਸਰ, ਬਿਲਕੁਲ ਮੇਰੀ ਗੱਲ ਸਮਝੋ ਧਾਲੀਵਾਲ ਸਾਹਿਬ, ਅਸੀਂ ਧਨਾਟਾਂ ਦੀਆਂ ਪਾਰਟੀਆਂ ਚੋਂ ਨਹੀਂ ਆਏ, ਅਸੀਂ ਫਸਟ ਜਨਰੇਸ਼ਨ ਪੋਲੀਟੀਸ਼ੀਅਨਸ ਆ। ਅਸੀਂ ਇਹਨਾਂ ਦੀ ਮਾਰ ਸਹਿਣ ਕਰਕੇ ਆਏ ਆ। ਨਹੀਂ, ਇਹ ਵੀ ਤਾਂ ਧਨਾੜ ਉਦੋਂ ਹੀ ਬਣੇ ਨਾ, ਇਹ ਵੀ ਧਨਾੜ ਨਹੀਂ ਸੀਗੇ। ਮਤਲਬ ਇਹ ਤਾਂ ਮੈਂ ਤਾਂ ਉਹ ਗੱਲ ਕਹਿ ਰਿਹਾ, ਅਸੀਂ ਤੁਹਾਡੇ ਤੇ ਵੀ ਸ਼ੱਕ ਵਾਲੀ ਸੂਈ ਪੂਰੀ ਰੱਖਾਂਗੇ। ਮੈਡਮ ਕੁਝ ਕਹਿ ਰਹੇ, ਇੱਕ ਵਾਰੀ ਉਹਨਾਂ ਦੀ ਗੱਲ ਲੈ ਲਈ, ਸ਼ਾਇਦ ਇਸ ਨੂੰ ਲੈ ਕੇ ਕੋਈ ਪੁਆਇੰਟ ਆ ਉਹਨਾਂ ਦਾ। ਜਸਮੀਨ ਜੀ, ਜਦੋਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੀ, ਜਦੋਂ ਤੁਸੀਂ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਨਾਲ ਪ੍ਰਾਈਵੇਟ ਸਕੂਲਾਂ ਨੂੰ ਉਤਾਂ ਕਰਨ ਲਈ ਗਵਰਨਮੈਂਟ ਸਕੂਲ ਨੂੰ ਇਗਨੋਰ ਕੀਤਾ ਗਿਆ, ਮੈਂ ਇਸ ਗੱਲ ਦੇ ਉੱਤੇ ਬਿਲਕੁਲ ਸਹਿਮਤ ਹਾਂ।
ਬਹੁਤ ਸਿਸਟਮੈਟਿਕਲੀ ਪਿਛਲੇ 35 ਸਾਲਾਂ ਤੋਂ ਗਵਰਨਮੈਂਟ ਸਕੂਲਸ ਦਾ ਮਿਆਰ ਕੋਈ ਇੰਪਰੂਵਮੈਂਟ ਨਹੀਂ ਲਿਆਂਦਾ। ਜੇ ਅੱਜ ਤੋਂ 30-40 ਸਾਲ ਪਹਿਲਾਂ ਜਾਈਏ, ਜਿੰਨੇ IAS ਅਫਸਰ, IPS ਅਫਸਰ, ਮਿਲਟਰੀ ਸਰਵਿਸਿਜ਼, ਸਾਡੇ ਪਿੰਡਾਂ ਦੇ ਬੱਚੇ, ਸਾਡੇ ਗਵਰਨਮੈਂਟ ਸਕੂਲਸ ਦੇ ਬੱਚੇ ਟੌਪ ਕਰਦੇ ਸਨ, ਬੜੀਆਂ ਨੌਕਰੀਆਂ ਤੇ ਕੰਪੀਟ ਕਰਦੇ ਸਨ। ਉਹਦਾ ਰੀਜ਼ਨ ਇਹ ਸੀ ਕਿ ਸਾਡੇ ਸਕੂਲਾਂ ਦੇ ਵਿੱਚ ਮਾਸਟਰ ਪੜ੍ਹੇ ਲਿਖੇ ਔਰ ਡੈਡੀਕੇਟਿਡ, ਜਿਨ੍ਹਾਂ ਨੂੰ ਪੂਰੀਆਂ ਫੈਸਿਲਿਟੀਜ਼ ਮਿਲਦੀਆਂ ਸਨ, ਪੜ੍ਹਾਉਂਦੇ ਸਨ। ਪਰ ਹੁਣ ਤੁਸੀਂ ਕੋਈ ਵੀ ਪੰਜਾਬ ਦੇ ਸਕੂਲ ਦੇ ਗਵਰਨਮੈਂਟ ਸਕੂਲ ਚਲੇ ਜਾਓ, ਬਿਲਡਿੰਗਾਂ ਦਾ ਹਾਲ ਦੇਖੋ, ਲੈਬੋਰਟਰੀਜ਼ ਦਾ ਹਾਲ ਦੇਖੋ। ਜਦੋਂ ਕੋਈ ਇਕਵਿਪਮੈਂਟ ਹੀ ਨਹੀਂ ਹੈ ਤੇ ਮਾਸਟਰ ਕੀ ਪੜ੍ਹਾਏਗਾ ਬੱਚੇ ਨੂੰ? ਕੱਲਾ ਅਸੀਂ ਇਹ ਨਾ ਕਹੀਏ ਕਿ ਮਾਸਟਰ ਨਹੀਂ ਪੜ੍ਹਾਉਂਦੇ, ਮਾਸਟਰਾਂ ਨੂੰ ਅਸੀਂ ਨਾ ਤਾਂ ਚੰਗੀਆਂ ਤਨਖਾਹਾਂ ਦੇ ਸਕੇ, ਨਾ ਅਸੀਂ ਉਹਨਾਂ ਨੂੰ ਫੈਸਿਲਿਟੀਜ਼ ਦੇ ਸਕੇ। ਇਸ ਕਰਕੇ ਪੰਜਾਬ ਦੀ ਪੜ੍ਹਾਈ ਦਾ ਮਿਆਰ ਦੇਖੋ, 70% ਬੱਚੇ ਪੰਜਾਬ ਦੇ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਨੇ, 30% ਬੱਚੇ ਜਿਹੜੇ ਅਪਰ ਮਿਡਲ ਕਲਾਸ ਦੇ ਨੇ ਜਾਂ ਮਿਡਲ ਕਲਾਸ ਦੇ ਨੇ, ਉਹੀ ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਸ ਹੈ। ਅਸੀਂ ਬਹੁਤ ਜ਼ਿਆਦਾ ਜ਼ਿਆਦਤੀ ਪੰਜਾਬ ਨਾਲ ਕੀਤੀ ਹੈ ਜਦੋਂ ਅਸੀਂ ਗਵਰਨਮੈਂਟ ਸਕੂਲਸ ਦਾ ਮਿਆਰ ਬਹੁਤ ਥੱਲੇ ਲੈ ਗਏ। ਬਿਲਕੁਲ, ਜਦੋਂ ਮਾਸਟਰ ਨੂੰ ਇਹੀ ਡਰ ਸਤਾਈ ਜਾਊਗਾ ਕਿ ਸ਼ਾਮ ਨੂੰ ਮੈਂ ਘਰੇ ਸਬਜ਼ੀ ਕਿਵੇਂ ਲੈ ਕੇ ਜਾਊਂਗਾ, ਜਾਂ ਮੈਂ ਆਪਦੇ ਬੱਚੇ ਦੀ ਫੀਸ ਕਿਵੇਂ ਭਰਾਂਗਾ, ਜਾਂ ਮੈਂ ਜਿਹੜਾ ਲਿਆ ਹੋਇਆ ਲੋਨ ਆ ਉਹਨੂੰ ਕਿਵੇਂ ਪੂਰਾ ਕਰੂੰਗਾ, ਜਾਂ ਮੈਂ ਜਿਹੜੀ ਜ਼ਿੰਦਗੀ ਦੀਆਂ ਹੋਰ ਸਹੂਲਤਾਂ ਨੇ ਮੈਂ ਆਪਣੇ ਬੱਚੇ ਨੂੰ ਇੱਕ ਅੱਛਾ ਮਾਹੌਲ ਦੇਣ ਲਈ ਮੈਂ ਉਹਨਾਂ ਦੇ ਨਾਲ ਕਿਵੇਂ ਕਰੂੰਗਾ, ਤੇ ਉਹ ਕਿਵੇਂ ਮਤਲਬ ਇੱਕ ਚੰਗਾ ਜਿਹੜਾ ਸਿੱਖਿਆ ਅੱਗੇ ਦੇ ਸਕਦਾ ਜਦੋਂ ਅਧਿਆਪਕ ਨੂੰ ਮਲਾਲ ਖਾਏਗਾ। ਪਰ ਮੈਂ ਉਹ ਸਮਾਂ ਵੀ ਦੇਖਿਆ। ਅਰੋੜਾ ਸਾਹਿਬ, ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੇਰਾ ਸਵਾਲ ਉਸ ਤੋਂ ਅਗਾਂਹ ਹੈ। ਗੱਲ ਇਹ ਹੈ ਕਿ ਜ਼ਿਆਦਤੀ ਹੋਏਗੀ ਇਸ ਚਰਚਾ ਨਾਲ, ਇਸ ਮੰਚ ਦੇ ਨਾਲ। ਜੇਕਰ ਮੈਂ ਤੁਹਾਡੇ ਤੋਂ ਇਹ ਗੱਲ ਨਹੀਂ ਪੁੱਛਾਂਗਾ, ਮੈਂ ਬਹੁਤ ਸਾਰੇ ਡੀਨ ਦੇਖੇ ਆ, ਰਜਿਸਟਰਾਰ ਦੇਖੇ ਜਿਹੜੇ ਕਿ ਅਪਰੂਵਲਸ ਲਈ ਗਏ ਪ੍ਰਾਈਵੇਟ ਕਾਲਜ ਨੂੰ, ਬੀਐਡ ਕਾਲਜ, ETT ਕਾਲਜ ਐਦਾਂ ਖੁੰਬਾਂ ਵਾਂਗੂ ਪੁੰਗਰੇ ਪੰਜਾਬ ਦੇ ਵਿੱਚ। ਅੱਜ ਉੱਥੇ ਕਬੂਤਰ ਭਾਵਾਂ ਦੀ ਬੋਲਦੇ ਆ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਨੌਕਰੀਆਂ ਤਾਂ ਮਿਲਣੀਆਂ ਨਹੀਂ, ਪੱਕੇ ਤਾਂ ਅਸੀਂ ਹੋਣਾ ਨਹੀਂ, ਤੇ ਜਦੋਂ 10-10 ਸਾਲਾਂ ਦੇ ਧਰਨਿਆਂ ਦੇ ਉੱਤੇ ਰਹਿਣਾ ਤੇ ਅਸੀਂ ਇੰਨੀ ਮਹਿੰਗੀ ਬੀਐਡ ਕਰਕੇ ਲੈਣਾ ਕੀ ਹੈ। ਜੰਮੂ ਵਾਲੀ ETT ਦੇ ਕੀ ਬਣਿਆ, ਜੰਮੂ ਵਾਲੀ ਬੀਐਡ ਦਾ ਕੀ ਬਣਿਆ, ਮੈਂ ਬਹੁਤ ਕੁਝ ਦੇਖਿਆ ਹੋਇਆ, ਬਹੁਤ ਕੁਝ ਸੁਣਿਆ ਹੋਇਆ, ਤੇ ਉਹਦੇ ਉੱਤੇ ਯਕੀਨ ਵੀ ਪੂਰਾ। ਪਰ ਤੁਹਾਡਾ ਕੰਮ ਇਹ ਆ ਕਿ ਹੁਣ ਜਿਨ੍ਹਾਂ ਪ੍ਰਾਈਵੇਟ ਸਕੂਲ, ਅਸੀਂ ਤਾਂ ਨਹੀਂ ਕਹਿੰਦੇ ਵੀ ਕਿਸੇ ਦਾ ਕਾਰੋਬਾਰ ਬੰਦ ਕਰੋ ਜਾਂ ਹੋਰ ਕਰੋ, ਬੇਸਿਕਲੀ ਤਾਂ ਕਾਰੋਬਾਰ ਹੈ ਹੀ ਨਹੀਂ। ਹੈਲਥ ਤੇ ਐਜੂਕੇਸ਼ਨ ਕਾਰੋਬਾਰ ਨਹੀਂ ਸੀ, ਇੱਕ ਜ਼ਿੰਮੇਵਾਰੀ ਸੀ, ਪਰ ਇਹਨੂੰ ਕਾਰੋਬਾਰ ਬਣਾ ਲਿਆ ਗਿਆ। ਕੀ ਕਾਰੋਬਾਰ ਤੋਂ ਬਾਅਦ ਹੁਣ ਇਹ ਕਾਰੋਬਾਰ ਹੈ ਜੀ ਇਸ ਵੇਲੇ? ਜੀ ਇਸ ਵੇਲੇ ਕਿਉਂਕਿ ਟੈਕਸ ਫ੍ਰੀ ਹੈ ਨਾ, ਇਸ ਕਰਕੇ ਆ। ਕੀ ਤੁਹਾਡੀ ਸਰਕਾਰ ਇਹ ਤੈਅ ਕਰੇਗੀ, ਲੋਕਾਂ ਨਾਲ ਇਹ ਵਾਅਦਾ ਵਫਾ ਕਰੇਗੀ ਕਿ ਅਸੀਂ ਇਸ ਕਾਰੋਬਾਰ ਨੂੰ ਜ਼ਿੰਮੇਵਾਰੀ ਦੇ ਵਿੱਚ ਤਬਦੀਲ ਕਰਾਂਗੇ ਵਾਜਬ ਭਾਅ ਤੇ ਵਾਜਬ ਰੇਟਾਂ ਦੇ ਉੱਤੇ? ਸਰ, ਜ਼ਿੰਮੇਵਾਰੀ ਕੀ, ਮੈਂ ਕਹਿੰਦਾ ਸਰਵਿਸਿਜ਼ ਹੈ। ਜਿਵੇਂ ਫੌਜ ਦੇ ਉੱਪਰ ਲੋਕੀ ਪੈਸੇ ਖਰਚ ਕਰਦੇ ਐ ਤੇ ਉਹਨੂੰ ਤੁਸੀਂ ਗਿਣ ਨਹੀਂ ਸਕਦੇ ਕਿ ਵੀ ਉਸ ਕਰਜ਼ਾ ਹੋ ਰਿਹਾ ਹੈ ਜਾਂ ਉਹ ਇੱਕ ਸਰਵਿਸਿਜ਼ ਹੈ। ਐਦਾਂ ਹੀ ਐਜੂਕੇਸ਼ਨ, ਹੈਲਥ ਇੱਕ ਸਰਵਿਸਿਜ਼ ਹੈ ਜਿਹਦੇ ਵਾਸਤੇ ਸਾਨੂੰ ਤੁਸੀਂ ਵੋਟਾਂ ਪਾ ਕੇ ਹਰੇ ਪੈਨ ਫੜਾਏ ਐ। ਐਂਡ ਮੈਂ ਆਪ ਸੈਕਟਰੀਏਟ 'ਚ ਦੇਖਿਆ ਮੰਤਰੀਆਂ ਦੇ ਪੈਨ ਰੀਫਿਲ ਹੋ ਰਹੇ ਆਰਮੀ ਨੇ। ਇਹ ਨਹੀਂ ਪੁਰਾਣੇ ਮੰਤਰੀਆਂ ਵਾਂਗੂ ਕਿ ਪਏ ਸਿਆਹੀ ਸੁੱਕ ਗਈ, ਸਾਈਨ ਕਰਨ ਲੱਗੇ ਹਰਾ ਪੈਨ ਨਹੀਂ ਵੀ ਲੱਭ ਰਿਹਾ ਕਿਤੇ ਹੈ। ਉੱਥੇ ਬਕਾਇਦਾ ਪੈਨਾਂ ਦੀ ਰੀਫਿਲਸ ਭਰੀ ਜਾ ਰਹੀ ਹੈ ਕਿਉਂਕਿ ਉੱਥੇ ਕੰਮ ਹੋ ਰਿਹਾ, ਨੋਟਿੰਗਾਂ ਚੱਲ ਰਹੀਆਂ, ਨੋਟਿੰਗਾਂ ਮੰਤਰੀ ਆਪ ਚੜਾ ਰਹੇ ਆ ਆਪ। ਜਿਹੜੇ ਉੱਥੇ ਮੈਂ ਤੁਹਾਨੂੰ ਦੱਸਦਾ, ਪਿਛਲੇ ਸਾਲਾਂ ਦੇ ਵਿੱਚ ਸੈਕਟਰੀਏਟ ਜਾਂਦੇ ਸੀਗੇ ਨਾ, ਉੱਥੇ ਮੰਤਰੀ ਨਾਲ ਜੇ ਕੋਈ ਪਹਿਲਾਂ ਇੱਕ ਮੀਟਿੰਗ ਫਿਕਸ ਹੁੰਦੀ ਸੀ ਤਾਂ ਉੱਥੇ ਮੰਤਰੀ ਮਿਲਦੇ ਸੀਗੇ। ਅੱਜ ਤੁਸੀਂ ਉੱਥੇ ਜਾਓ, ਉੱਥੇ ਮੰਤਰੀ ਬਹਿੰਦੇ ਐ, ਉਹ ਜ਼ਰੂਰ ਆਪਣੀ ਡਿਊਟੀ ਨਿਭਾਉਂਦੇ ਆ ਹਫਤੇ 'ਚ 3 ਚਲੋ ਇਹਦਾ ਦੇਖੋ ਇਹ ਕੋਈ ਆਸਾਨ ਤਾਂ ਹੈ ਨਹੀਂ, ਇਹ ਤਾਂ ਫਰਜ਼ ਹੈ, ਇਹ ਤਾਂ ਕਰਨਾ ਪਏਗਾ। ਇਹ ਤਾਂ ਮਤਲਬ ਜਿਨ੍ਹਾਂ ਨੇ ਨਹੀਂ ਕੀਤਾ, ਅੱਜ ਮਾਨ ਸਾਹਿਬ ਨੇ ਕਹੀ ਹੈ, ਸੰਧੂ ਸਾਹਿਬ ਨੂੰ ਪੁੱਛ, ਇਹ ਆਸਾਨ ਨਹੀਂ ਹੈ ਜੀ, ਇਹ ਸਾਡੀ ਡਿਊਟੀ ਹੈ। ਹਾਂ ਬਿਲਕੁਲ, ਇਹ ਤੁਹਾਨੂੰ ਅਦਾ ਕਰਨੀ ਪਏਗੀ। ਸੰਧੂ ਸਾਹਿਬ, ਕੋਈ ਗੱਲ, ਕੋਈ ਪੱਖ ਤੇ ਕੋਈ ਹੋਰ ਡਿਬੇਟ ਦੇ ਵਿੱਚ ਰੱਖਣਾ ਚਾਹੁੰਦਾ? ਬਸ ਇੱਕ ਸੈਕਿੰਡ ਹਾਂਜੀ, ਮੈਂ ਜਿਵੇਂ ਭਾਜਪਾ ਦੇ ਮੇਰੇ ਭੈਣ ਨੇ ਕਿਹਾ ਕਿ ਵੀ ਹਾਂਜੀ ਸਿੱਖਿਆ ਦੀ ਗੱਲ ਕੀਤੀ, ਮੈਂ ਵੀ ਕੀਤੀ। ਮੈਂ ਇੱਕ ਇੱਥੇ ਦੱਸ ਦਿੰਦਾ ਕਿ ਨੀਟ ਦੇ ਵਿੱਚ, ਮੈਡੀਕਲ ਦੇ ਵਿੱਚ ਅੱਜ 604 ਬੱਚੇ ਇਸ ਸਾਲ ਸਿਲੈਕਟ ਹੋਏ ਹੈ ਤੇ ਪਿਛਲੇ ਸਾਲਾਂ 'ਚ 200 ਤੋਂ ਉੱਪਰ ਨਹੀਂ ਹੁੰਦੇ ਸੀ, 213 ਹੋਏ ਸੀ 2021 ਦੇ ਵਿੱਚ। ਅੱਜ ਪੰਜਾਬੀ ਯੂਨੀਵਰਸਿਟੀ ਦੇ ਐਡਮਿਸ਼ਨ, ਮੈਨੂੰ ਅਰੋੜਾ ਸਾਹਿਬ ਇੱਕ ਗੱਲ ਯਾਦ ਆ ਰਹੀ ਹੈ, ਜਦੋਂ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਹੋਈ ਸੀ ਨਾ, ਮੈਂ ਉਦੋਂ ਕਿਸੇ ਹੋਰ ਮੰਚ ਤੋਂ ਪ੍ਰੋਗਰਾਮ ਕਰ ਰਿਹਾ ਸੀ, ਮੈਂ ਉਹਦੀ ਸ਼ਲਾਘਾ ਕੀਤੀ ਸੀ। ਚਾਹੇ ਮੈਂ ਕਿਹਾ ਇਹਦੇ ਪਿੱਛੇ ਨੀਅਤ ਮਨਸ਼ਾ ਕੁਝ ਵੀ ਹੋਵੇ, ਪਰ ਇਹ ਚੰਗੀ ਗੱਲ ਹੈ। ਤੇ ਪੰਜਾਬ ਦੇ ਕਈ ਅਜਿਹੇ ਪਿੰਡ ਹੈ ਜਿਨ੍ਹਾਂ ਦੇ ਵਿੱਚ ਅਸਰ ਵੇਖਿਆ ਗਿਆ। ਲੋਕ, ਕਈ ਪਿੰਡਾਂ ਨੇ, ਕਈ ਨੰਗੇ ਚੰਗੇ ਨੌਜਵਾਨ ਮੁੰਡੇ ਨੇ ਆਪਣੇ ਪਿੰਡਾਂ ਨੂੰ ਪਲਾਸਟਿਕ ਮੁਕਤ ਕੀਤਾ।
ਆਪਣੇ ਪਿੰਡਾਂ ਨੂੰ ਸਾਫ਼ ਸੁਥਰਾ ਬਣਾਇਆ, ਇੱਕ ਜਾਗ ਲੱਗਦੀ ਹੈ ਕਈ ਵਾਰੀ ਚੰਗੀ। ਪਰ ਮੈਨੂੰ ਉਸ ਵੇਲੇ ਮਿਹਣਾ ਪਤਾ ਕੀ ਸੁਣਨਾ ਪਿਆ ਸੀਗਾ, ਅੱਜ ਭਾਜਪਾ ਦਾ ਐਂਕਰ ਬੋਲ ਰਿਹਾ ਹੈ, ਜਦੋਂ ਕੈਪਟਨ ਰਜੀਮ ਦੇ ਵਿੱਚ ਗੱਲ ਹੋਈ ਕਿ ਲਾਲ ਬੱਤੀ ਨਹੀਂ ਹੋਏਗੀ ਤੇ ਕੋਈ VIP ਕਲਚਰ ਨਹੀਂ ਹੋਏਗਾ, ਤੇ ਜਦੋਂ ਮੈਂ ਉਹ ਸ਼ਲਾਘਾ ਕੀਤੀ ਮੈਨੂੰ ਕਿਹਾ ਗਿਆ ਕਿ ਅੱਜ ਕਾਂਗਰਸ ਦੀ ਸਰਕਾਰ ਬੋਲ ਰਹੀ ਹੈ। ਅੱਜ ਜਦੋਂ ਤੁਸੀਂ ਇਹ ਕੰਮ ਕੀਤਾ ਤੇ ਮੈਨੂੰ ਇਹ ਕਿਹਾ ਗਿਆ ਕਿ ਮੇਰੇ ਅੰਦਰ ਅੱਜ ਆਪ ਦੀ ਸਰਕਾਰ ਬੋਲਦੀ ਹੈ। ਸਾਨੂੰ ਇਹ ਚੀਜ਼ਾਂ ਝੱਲਣੀਆਂ ਪੈਣਗੀਆਂ, ਸਾਨੂੰ ਇਹ ਮਿਹਣੇ ਝੱਲਣੇ ਪੈਣਗੇ। ਮੈਂ ਕਹਿੰਦਾ ਵੱਜੀ ਜਾਣ, ਪਰ ਜਿੱਥੇ ਗੱਲ ਕਰਨੀ ਬਣਦੀ ਹੈ ਉੱਥੇ ਮੈਂ ਕਰਾਂਗਾ। ਪੰਜਾਬ ਵਾਲੇ ਨਹੀਂ, ਮੈਂ ਵੀ ਤੁਹਾਨੂੰ ਵਾਅਦਾ ਕਰਦਾ ਧਾਲੀਵਾਲ ਸਾਹਿਬ, ਐਂਡ ਜੇ ਮੈਂ ਤੁਹਾਨੂੰ ਵਾਅਦਾ ਕਰ ਰਿਹਾ, ਮੈਂ ਪੰਜਾਬ ਦੀ ਜਨਤਾ ਨੂੰ ਵਾਅਦਾ ਕਰ ਰਿਹਾ ਕਿ ਜਦ ਤੱਕ ਭਗਵੰਤ ਸਿੰਘ ਮਾਨ ਸਾਡੇ ਸਰਮਾਏਦਾਰ ਨੇ, ਉਹ ਜਦ ਤੱਕ ਉਹ ਐਜ਼ ਅ ਲੀਡਰ ਬੈਠੇ ਹੋਏ ਹੈ, ਜਦ ਤੱਕ ਡਾਕਟਰ ਬਲਬੀਰ, ਮੀਤੇਰ, ਹਰਜੋਤ ਬੈਂਸ ਵਰਗੇ ਮੰਤਰੀ ਬੈਠੇ ਹੋਏ ਆ, ਅਮਨ ਅਰੋੜਾ ਵਰਗੇ ਬੈਠੇ ਹੋਏ ਆ, ਹਰਪਾਲ ਚੀਮਾ ਵਰਗੇ ਬੈਠੇ ਹੋਏ ਆ, ਫਸਟ ਜਨਰੇਸ਼ਨ ਪੋਲੀਟੀਸ਼ੀਅਨਸ ਇਹਨਾਂ ਚੋਂ ਬਹੁਤ ਨੇ। ਚਲੋ ਮੈਂ ਤੁਹਾਨੂੰ ਦੱਸ ਰਿਹਾ ਕਿ ਕੰਮ ਇਸ ਤੋਂ ਵੱਧ ਹੋਣਾ ਹੈ। ਚਲੋ ਜਿਹੜੇ 1 ਸਾਲ ਚ ਕਰਨ ਦਾ ਮਾਦਾ ਰੱਖਦੇ ਇੰਨਾ ਕੰਮ, ਤੁਸੀਂ ਸੋਚੋ ਅਗਲੇ 4 ਸਾਲਾਂ ਚ ਕੀ ਕਰ ਸਕਦੇ। ਚਲੋ ਨਹੀਂ ਠੀਕ ਹੈ ਅਰੋੜਾ ਸਾਹਿਬ, ਹੋਣਗੇ ਵਧਾਈਆਂ ਦਵਾਂਗੇ, ਨਹੀਂ ਹੋਣਗੇ ਤੇ ਮਿਹਣੇ ਦਵਾਂਗੇ, ਲਾਂਬੇ ਦਵਾਂਗੇ। ਸੰਧੂ ਸਾਹਿਬ ਹਾਂਜੀ। ਧਾਲੀਵਾਲ ਜੀ, ਤੁਸੀਂ ਮੈਨੂੰ ਕਈਆਂ ਡਿਬੇਟਾਂ 'ਚ ਵੇਖਿਆ, ਤਕਰੀਬਨ ਮੈਨੂੰ 3-4 ਸਾਲ ਹੋ ਗਏ ਡਿਬੇਟਸ ਕਰਦੇ ਨੂੰ। ਮੈਂ ਸਾਰੇ ਬੁਲਾਰਿਆਂ ਦਾ, ਸਾਰੇ ਐਂਕਰਸ ਦਾ ਸਤਿਕਾਰ ਕਰਦਾ। ਮੈਂ ਆਪਣੇ ਕਦੀ ਵੀ ਜ਼ਿੰਦਗੀ ਦੇ ਸ਼ਬਦ ਵਿੱਚ ਮੁੱਖ ਮੰਤਰੀ ਨੂੰ ਮਾਣਯੋਗ ਕਹਿਣ ਤੋਂ ਇਲਾਵਾ ਸ਼ਬਦ ਮੈਂ ਕਦੀ ਵਿਰੋਧ ਦਾ ਬਿਲਟ ਨਹੀਂ ਕਰਦਾ। ਭਾਵੇਂ ਸਾਡੇ ਡਿਫਰੈਂਸਸ ਨੇ BJP ਦੇ ਨਾਲ, ਪਰ ਮੈਂ ਉੱਥੇ ਵੀ ਆਦਰਨੀ ਪ੍ਰਧਾਨ ਮੰਤਰੀ। ਠੀਕ ਹੈ, ਵਿਚਾਰਾਂ ਦੀ ਜੰਗ ਹੈ, ਉਹ ਰਹੂਗੀ। ਉਹ ਤੁਹਾਡੀ ਲਿਆਕਤ ਹੈ, ਉਹ ਜਿਹੜੀ ਚੇਅਰ ਹੈ ਉਹਦੀ ਰਿਸਪੈਕਟ ਕਰਨੀ ਬਣਦੀ ਆ। ਹਾਂ, ਜਿਹੜੀ ਤੁਸੀਂ ਅੱਜ ਗੱਲ ਕਹੀ, ਉਹ ਨਹੀਂ, ਉਹ ਤੁਹਾਨੂੰ ਕਿਤੇ, ਮੈਨੂੰ ਵੀ ਕਿਤੇ ਇਹ ਗੱਲ ਲੱਗੀ, ਪਰ ਮੈਨੂੰ ਤੁਹਾਨੂੰ ਵੀ ਇਹ ਗੱਲ ਲੱਗੀ ਵੀ ਇਹਨਾਂ ਨੂੰ ਇਹ ਗੱਲ ਕਹਿੰਦੇ ਨਹੀਂ, ਐਸੀ ਕੋਈ ਗੱਲ ਨਹੀਂ, ਇਹ ਵਿਚਾਰਾਂ ਦੀ ਜੰਗ ਆ, ਇਹ ਵਿਚਾਰ ਆ। ਕੋਈ ਮੈਨੂੰ ਕਿਸੇ ਵੇਲੇ ਵੱਡੀ ਗੱਲ ਨਹੀਂ, ਮੈਂ ਕੋਈ ਰੱਬ ਹੈ ਨਹੀਂ, ਮੈਨੂੰ ਕਿਸੇ ਵੇਲੇ ਲੱਗਾ ਵੀ ਇਹ ਗੱਲ ਠੀਕ ਨਹੀਂ ਸੀ, ਪਰ ਜਦੋਂ ਆਪਾਂ ਡਿਬੇਟ ਕਰਦੇ ਆ ਫਿਰ ਮੈਂ ਓਪਨ ਡਿਬੇਟ ਕਰਦਾ। ਮੈਂ ਇੱਕ ਪਾਰਟੀ ਦੇ ਨਹੀਂ, ਮੈਂ ਕਹਿੰਦਾ ਚੰਗੀ ਗੱਲ ਹੈ ਸੰਧੂ ਸਾਹਿਬ, ਪਰ ਗੱਲ ਇਹ ਹੈ ਨਾ, ਗੱਲ ਇਹ ਹੈ ਵੀ ਉਹ ਕਹਿੰਦੇ ਨੇ ਹੁੰਦੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਪਰ ਗੱਲ ਇਹ ਹੈ ਵੀ ਕਈ ਵਾਰੀ ਨਾ ਅਸੀਂ ਆਪਣੇ ਵੇਲੇ ਭੁੱਲ ਜਾਂਦੇ ਆ ਵੀ ਸਾਡੇ ਵੇਲਿਆਂ ਨੂੰ ਵੀ ਕੋਈ ਸਲਾਉਂਦਾ ਰਿਹਾ ਤੇ ਉਦੋਂ ਇਹਨਾਂ ਨੂੰ ਕੋਈ ਹੋਰ ਵੀ ਲਾਂਭਾ ਦਿੰਦਾ ਹੋਊਗਾ, ਉਦੋਂ ਇਹਨਾਂ ਨੂੰ ਹੋਰ ਵੀ ਕੋਈ ਲਾਂਭਾ। ਮੈਂ ਤਾਂ ਹੁਣ ਵੀ ਕਹਿ ਦੇਣਾ ਹੁੰਦਾ, ਇਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਮੰਤਰੀ ਨੇ ਇਸ ਡਿਬੇਟ ਨੂੰ ਜਿਹੜੇ ਸੁਣ ਰਹੇ ਹੋਣਗੇ ਵੀ ਜਿਹੜੇ ਕਿ ਆਪ ਫੋਨ ਕਰਕੇ ਪੁੱਛਦੇ ਹੁੰਦੇ ਸੀਗੇ ਵੀ ਕੀ ਕਹਿਣਾ, ਕੀ ਬੋਲਣਾ, ਕੀ ਕਰਨਾ, ਅੱਜ ਤੁਸੀਂ ਫੋਨ ਨਹੀਂ ਚੱਕਦੇ। ਮੈਂ ਤਾਂ ਸ਼ਰੇਆਮ ਕਹਿਣਾ, ਹੁਣ ਵੀ ਕਹਿ ਰਿਹਾ, ਇਸ ਚਰਚਾ ਤੋਂ ਵੀ ਕਹਿ ਰਿਹਾ। ਨਹੀਂ, ਕੋਈ ਸ਼ੱਕ ਨਹੀਂ। ਅੱਜ ਮੈਂ ਇਸ ਮੰਚ ਤੋਂ ਤੁਹਾਡੇ ਕਹਿਣਾ ਚਾਹੁੰਦਾ ਵੀ ਤੁਹਾਡਾ ਸਪੋਕਸਮੈਨ TV ਦਾ ਸ਼ੋਅ ਜਿਹੜਾ ਮੈਨੂੰ ਪਰਸਨਲ ਕਰਕੇ ਆਨੰਦ ਆਉਂਦਾ। ਤੁਹਾਨੂੰ ਮੈਂ ਕਈ ਵਾਰੀ ਕਿਹਾ ਮੈਨੂੰ ਇਹ ਸਭ ਤੋਂ ਵਧੀਆ ਸ਼ੋਅ ਲੱਗਦਾ, ਇਹ 'ਚ ਕੋਈ ਸ਼ੱਕ ਨਹੀਂ। ਠੀਕ ਹੈ, ਕਿਸੇ ਵੇਲੇ ਡਿਬੇਟ ਉੱਤੇ ਥੱਲੇ ਜਾਂਦੀ ਆ, ਥੱਲੇ ਚਲ ਜਾਂਦੀ ਹੈ, ਤੇ ਮੈਂ ਸਾਰੇ ਫਿਰ ਲਾਸਟ ਕਿੰਨਾ ਵੀ ਮੈਂ ਸਾਰੇ ਦਾ ਸਤਿਕਾਰ ਕਰਦਾ। ਡਿਬੇਟ 'ਚ ਕਿਤੇ ਉੱਤੇ ਥੱਲੇ ਅਸੀਂ ਹੋ ਸਕਦੇ ਆ। ਚਲੋ ਸੰਧੂ ਸਾਹਿਬ, ਆਪਾਂ ਕਿਉਂ ਟੈਨਸ਼ਨ ਲੈਣੀ? ਗੱਲ ਇਹ ਹੈ ਵੀ ਜੋਗੀ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ। ਸੋ ਆਪਾਂ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਅੱਜ ਆਪਾਂ ਇੱਥੋਂ ਬਾਕੀ 1 ਮਿੰਟ ਬਸ ਅਰੋੜਾ ਸਾਹਿਬ ਇੱਕ ਗੱਲ ਕਲੀਅਰ ਕਰ ਦਿੰਦਾ ਕਿ ਜੇ ਤੁਹਾਡਾ ਫੋਨ ਨਹੀਂ ਚੱਕਿਆ ਗਿਆ ਜਾਂ ਕਿਸੇ ਦਾ ਨਹੀਂ ਚੱਕਿਆ ਗਿਆ ਤੇ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਤਾਂ ਮਾਫੀ। ਦੂਜੀ ਗੱਲ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਲਗਾਤਾਰ ਨਹੀਂ ਫਿਰ ਹੁਣ ਅਰੋੜਾ ਸਾਹਿਬ ਗੱਲ ਇਹ ਹੈ, ਉਹ ਹੁਣ ਮੇਰੀ ਗੱਲ ਸੁਣੋ, ਚੰਗੀ ਵਾਵਾ ਕਰਾ ਕੇ ਐਵੇਂ ਖੇ ਨਾ ਪਵਾ ਲਿਓ, ਫਿਰ ਮੈਂ ਖੁੱਲ ਜਾਣਾ ਇੱਥੇ। ਮੇਰੀ ਗੱਲ ਸੁਣੋ, ਹੁਣ ਉੱਥੇ ਫਿਰ ਫਾਇਦਾ ਕੋਈ ਨਹੀਂ, ਉਹ ਰਹਿਣ ਦੋ, ਉਹ ਸਾਰਾ ਕੁਝ ਪਤਾ ਜੀ, ਢਕੇ ਢੋਲ ਢਕੇ, ਠੀਕ ਹੈ, ਜਿਹੜਾ ਕੰਮ ਕਰਦਾ ਚੰਗਾ ਹੈ, ਨਹੀਂ ਕੀਤਾ ਕੋਈ ਗੱਲ ਨਹੀਂ। ਮੇਰਾ ਫੋਨ ਨਹੀਂ ਵੀ ਚੱਕਣੇ ਗਿਆ, ਮੈਂ ਕਿਹੜਾ ਨਵਜੋਤ ਸਿੰਘ ਧਾਲੀਵਾਲ ਨੇ ਕਿਹੜਾ ਕੋਈ ਜ਼ਾਤੀ ਕੰਮ ਕਰਾਉਣਾ ਹੈ, ਉਹਨੇ ਕਿਹੜਾ ਕੋਈ ਬਦਲੀ ਕਰਾਉਣੀ ਹੈ, ਉਹਨੇ ਕਿਹੜਾ ਕਿਸੇ ਦਾ ਧੀ ਪੁੱਤ ਲਵਾਉਣਾ ਹੈ। ਕਈ ਵਾਰੀ ਮੀਟਿੰਗਸ ਦੇ ਵਿੱਚ ਹੁੰਦੇ ਆ ਜਨਰਲੀ, ਤੇ ਇਸ ਕਰਕੇ ਤਹਿ ਦਿਲੋਂ ਬਟ ਮੈਂ ਤੁਹਾਨੂੰ ਠੀਕ ਹੈ, ਸਜਦਾ ਜੀ, ਉਹਨਾਂ ਨੂੰ ਆਪਦੇ ਕੰਮ ਕਰਦੇ ਰਹਿਣ, ਕੋਈ ਗੱਲ ਨਹੀਂ। ਸਾਡੇ ਫੋਨ ਉਦੋਂ ਚੱਕੇ ਜਾਣਗੇ ਜਦੋਂ ਸੱਤਾ ਤੋਂ ਕੋਈ ਬਾਹਰ ਹੋਏਗਾ, ਜਦੋਂ ਫਿਰ ਸੱਤਾ ਦੀ ਪੌੜੀ ਨੂੰ ਲੱਭ ਰਿਹਾ ਹੋਏਗਾ, ਫਿਰ ਹੋ ਜਾਣਗੇ, ਕੋਈ ਗੱਲ ਨਹੀਂ। ਮੈਨੂੰ ਕੋਈ ਮਲਾਲ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਇਹਨਾਂ ਸ਼ਬਦਾਂ ਦੇ ਨਾਲ ਖੇਮਾ ਦਾ ਜਾਚਕ ਹੈ, ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ, ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।